श्री वाहिगुरु साहिब जी। दोहरा गन का समखित बहुत पति, पुना सर्ब की जूठ, ताहि भोग कर पूप साठ, मुदता धरे अनूठ। गन का समखित बहुत पति। वाहिगुरु जी का खालसा वाहिगुरु जी की फतेह। ਵਿਰਾਗ ਸ਼ਤਕ ਦੇ 8ਵੇਂ ਅਧਿਆਏ ਦੇ 38 ਛੰਦ ਜਿਹੜੇ ਆ ਸਵਈਏ ਦੋ ਦੇ ਬੇਤਾਦਕ ਹੋ ਚੁੱਕੇ ਆ। ਅੱਗੇ ਜਿਵੇਂ ਵਿਰਾਗ ਨੂੰ ਪ੍ਰਗਟ ਕਰ ਲਈ ਭਰਥਰ ਹਰੀ ਜੋਗੀ ਜੀ ਸਿੱਧ ਮਹਾਰਾਜ 39ਵੇਂ ਛੰਦ ਵਿੱਚ ਸਿੱਖਿਆ ਦੇ ਰਿਹਾ, ਉਹ ਆਪਾਂ ਪੜ੍ਹੀਏ। ਹੋਰਨਾਂ ਬਚਨਾਂ ਦੀ ਵਿਚਾਰ ਛੱਡ ਕੇ ਜੋ ਲਿਖਿਆ ਹੋਇਆ ਉਸ ਨੂੰ ਵਿਚਾਰਦੇ ਹੋਏ ਆਪਾਂ ਜਿਹੜੀ ਵਿਚਾਰ ਕਰੀਏ। ਦੋਹਰਾ ਗਨ ਕਾ ਸਮਖਿਤ ਬਹੁਤ ਪਤੀ, ਕਿਉਂਕਿ ਹੰਕਾਰੀ ਰਾਜਿਆਂ ਦੀ ਗੱਲ ਕਰ ਰਹੇ ਆ ਕਿ ਧਰਤੀ ਦੀ ਜਿਹੜੀ ਅੰਸ਼ ਤੋਂ ਵੀ ਅੰਸ਼ ਉਹਦਾ ਅੱਗੇ ਵੀ ਹਿੱਸਾ ਤੋਂ ਕਿਨਕਾ ਮਾਤਰ ਪਾ ਥੋੜ੍ਹੇ ਜਿਹੇ ਇਲਾਕੇ ਨੂੰ ਪਾ ਪੂਗੇ ਅਤੇ ਬਹੁਤ ਜਿਹੜੇ ਰਾਜਿਆਂ ਦੇ ਵੱਲੋਂ ਪਹਿਲਾਂ ਹੀ ਧਰਤੀ ਭੋਗੀ ਹੋਈ ਉਹ ਸਮਝਦਾ ਝੂਠ ਹੀ ਆ। ਉਸ ਝੂਠ ਦੇ ਮਾਲਕ ਹੋ ਕੇ ਬੜੇ ਹੰਕਾਰ ਕਰਦੇ ਵੀ ਰਾਜੇ ਆ। ਅਸਲ ਵਿੱਚ ਕਹਿੰਦੇ ਹਾਂ ਕਿ ਗਨਕਾ ਸਮਖਿਤ ਬਹੁਤ ਪਤੀ, ਜਿਹੜੀ ਗਨਕਾ ਵੇਸਵਾ ਕੰਜਰੀ ਆ, ਬਜ਼ਾਰੂ ਔਰਤ ਆ, ਉਹਦੇ ਸਮਾਨ ਕਹਿੰਦੇ ਖੇਤ ਜਿਹੜੀ ਧਰਤੀ ਆ ਬਹੁਤ ਬਹੁਤ ਪਤੀ, ਬਹੁਤ ਇੱਕ ਪਤੀਆਂ ਵਾਲੀ, ਬਹੁਤ ਖਸਮਾਂ ਵਾਲੀ। ਜਿਵੇਂ ਗਣਕਾ ਦਾ ਕੋਈ ਇੱਕ ਖਸਮ ਨਹੀਂ ਹੁੰਦਾ, ਪਤੀ ਨਹੀਂ ਹੁੰਦਾ। ਬਾਜ਼ਾਰ ਵਿੱਚ ਰਹਿਣੇ ਕਰਕੇ, ਦੁਸ਼ਕਰਮ ਕਰਕੇ। ਇਸੇ ਤਰ੍ਹਾਂ ਕਹਿੰਦੇ ਕਿ ਇਹ ਜਿਹੜੀ ਧਰਤੀ ਆ ਬਹੁਤ ਹੀ ਖਸਮਾਂ ਵਾਲੀ ਆ ਗਣਕਾ ਰੂਪੀ ਹੋਣੇ ਕਰਕੇ। ਕਿਤੇ ਦੇਖ ਧਰਤੀ ਨੂੰ ਮਾਤਾ ਗਿਆ ਅਤੇ ਕਿਤੇ ਇੱਥੇ ਜਿਵੇਂ ਭਰਤ ਜੀ ਕਹਿ ਰਹੇ ਆ, ਪ੍ਰਕਰਨ ਮੁਤਾਬਕ ਉਹਨਾਂ ਦੀ ਗੱਲ ਬਿਲਕੁਲ ਠੀਕ ਆ। ਕਿਉਂਕਿ ਕਿਸੇ ਵੇਲੇ ਸਾਡੇ ਜਿਹੜੇ ਵਿਦਵਾਨ ਝਗੜਾ ਵੀ ਪਾ ਲੈਂਦੇ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਸ ਤਰ੍ਹਾਂ ਦੀ ਗੱਲਾਂ ਜੀ ਕਰ ਲੈਂਦੇ ਆ। ਅਤੇ ਪਰ ਇੱਥੇ ਉਹ ਪ੍ਰਕਰਨ ਨਹੀਂ ਆ। ਇੱਥੇ ਤਾਂ ਇਹ ਪ੍ਰਕਰਨ ਆ ਵੀ ਰਾਜਿਆਂ ਦੇ ਹੰਕਾਰ ਨੂੰ ਜਨਾਉਣ ਵਾਸਤੇ ਕਿਹਾ ਗਿਆ ਕਿ ਗਣਕਾ ਸਮਖਿਤ ਬਹੁਤ ਪਤੀ, ਗਣਕਾ ਦੇ ਸਮਾਨ ਵੇਸਵਾ ਕੰਜਰੀ ਦੇ ਸਮਾਨ ਖੇਤ ਜਿਹੜੀ ਧਰਤੀ ਬਹੁਤੇ ਪਤੀਆਂ ਵਾਲੀ ਆ। ਪੁਨਾ ਸਰਬ ਕੀ ਜੂਠ, ਅਤੇ ਫਿਰ ਪੁਨਾ ਕਹੀਏ ਫਿਰ ਜਿਹੜੇ ਉਹ ਰਾਜੇ ਆ ਉਹਨਾਂ ਸਾਰਿਆਂ ਦੀ ਭੋਗੀ ਹੋਈ ਕਰਕੇ ਜਿਹਦਾ ਰਾਜ ਭਾਗ ਕੀਤੇ ਹੋਣੇ ਕਰਕੇ ਸਰਬ ਕੀ ਜੂਠ, ਸਾਰਿਆਂ ਦੀ ਝੂਠ ਹੈ। ਕਿਉਂਕਿ ਉਹ ਪਹਿਲਾਂ ਮਾਣੇ ਨਾ ਜਿਹੜੀ ਚੀਜ਼ ਵਰਤੀ ਜਾਏ ਝੂਠੀ ਹੁੰਦੀ ਹੈ। ਤਾਂ ਹੀ ਭੋਗ ਕਰ ਭੂਪ ਸਾਠ, ਕਹਿੰਦੇ ਉਸ ਧਰਤੀ ਰੂਪੀ ਝੂਠ ਨੂੰ ਪਾ, ਜੋ ਭੋਗੀ ਹੋਈ ਧਰਤੀ ਉਸਦੇ ਰਾਜ ਭਾਗ ਨੂੰ ਪਾਉਣ ਰੂਪੀ ਜਿਹੜੀ ਝੂਠ ਆ, ਉਸ ਝੂਠ ਨੂੰ ਭੋਗ ਕਰਕੇ ਜਿਹੜੇ ਭੂਪ 60 ਰਾਜੇ ਆ ਨਾ, ਮੂਰਖ 60 ਕਹੀਏ 60 ਰਾਜੇ ਆ, ਮੂਰਖ ਰਾਜੇ ਆ। ਮੁਦਤਾ ਧਰੇ ਅਨੂਠ, ਮੁਦਤਾ ਕਹੀਏ ਖੁਸ਼ੀ ਆਨੰਦ ਧਰੇ ਧਾਰਦੇ ਆ ਬਹੁਤ, ਅਨੂਠ ਕਹੀਏ ਅਚਰਜ ਅਦਭੁਤ ਹੀ, ਅਨੋਖਾ ਹੀ ਸਮਝਦੇ ਆਪਣੇ ਆਪ ਨੂੰ, ਵੱਖਰੇ ਢੰਗ ਦਾ ਸਮਝਦੇ ਆ। ਮੁਦਤਾ ਧਰੇ ਅਨੂਠ, ਅਨੂਠ ਦਾ ਅਰਥ ਕਰਨਾ ਅਚਰਜ ਜਾਂ ਅਦਭੁਤ ਜਾਂ ਅਨੋਖਾ। ਅਨੋਖਾ ਜਿਹੜਾ ਮੁਦਤਾ ਕਹੀਏ ਆਨੰਦ ਧਾਰਦੇ ਆ, ਖੁਸ਼ੀ ਧਾਰਦੇ, ਅਚਰਜ ਖੁਸ਼ੀ ਧਾਰਦੇ ਵੀ ਸਾਡੇ ਵਰਗਾ ਬੰਦਾ ਕੋਈ ਨਹੀਂ। ਹੁਣ ਅਸੀਂ ਮਾਲਕ ਹਾਂ, ਜਿਵੇਂ 5 ਸਾਲ ਕੋਈ ਬਣਦਾ, 5 ਸਾਲ ਕੋਈ ਬਣਦਾ, ਜਿਹਦੀ ਵਾਰੀ ਆ ਜਾਂਦੀ ਕਹਿੰਦਾ ਮੈਂ ਹੀ ਹਾਂ। ਹੁਣ ਇਹੋ ਹਾਲ ਰਾਜਿਆਂ ਦਾ ਭਰਤ ਜੀ ਦੱਸ ਰਹੇ ਆ। ਦੋਹਰਾ ਪਰਮ ਨਿੰਦਿਆ ਹੈ ਕਰਮ ਕਰ, ਕਹਿੰਦੇ ਜੋ ਪਰਮ ਮਹਾਨ ਨਿੰਦਣੇ ਜੋ ਕਰਮ ਆ, ਭਾਵ ਹੰਕਾਰ ਕਰਨਾ, ਹੈਂਕੜਬਾਜ਼ੀ ਕਰਨੀ ਆਦਿਕ ਜਿਹੜੇ ਕਰਮ ਆ, ਇਹਨਾਂ ਕਰਮਾਂ ਨੂੰ ਕਰਕੇ ਜੋ ਮਹਾਨ ਨਿੰਦਣੇ ਯੋਗ ਆ, ਪਸ਼ਚਾਤਾਪ ਕਰੇ ਨਾ, ਨੰਨਾ ਪਾਠ ਅੱਡਾ ਕਰ ਲੈਣਾ, ਅੱਡ ਕਰ ਲੈਣਾ ਨੰਨਾ ਪਾਠ। ਅਤੇ ਕਹਿੰਦੇ ਪਸ਼ਚਾਤਾਪ ਕਰੇ ਨਾ, ਕਰਦੇ ਨਹੀਂ। ਮਹਾਨਿੰਦਣੇ ਜੋ ਕਰਮ ਜੋ ਹੰਕਾਰ ਆਦਿ ਆ ਉਹਨਾਂ ਨੂੰ ਕਰਕੇ ਜੋ ਫਿਰ ਪਛਤਾਵਾ ਨਹੀਂ ਕਰਦੇ, ਮਨ 'ਚ ਪਛਤਾਉਂਦੇ ਨਹੀਂ ਆ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਉਲਟੇ ਮਦ ਮੁਦਤਾ ਧਰੇ, ਸਗੋਂ ਉਲਟਾ ਕੀ ਆ, ਮਦ ਹੰਕਾਰ
ਤੇ ਮੁੱਦਤਾ ਕੀ ਹੈ, ਆਨੰਦ ਖੁਸ਼ੀ ਨੂੰ ਧਰੇ ਧਾਰਨ ਕਰਦੇ ਆ। ਤੇ ਇੱਕ ਪੁਰਖਾਦਮ ਤੇਨ, ਪੁਰਖਾਦਮ ਪਾਠ ਕਰਨਾ ਇਕੱਠਾ ਹੀ, ਤਾਂ ਪਾਠ ਅੱਡ ਕੀਤਾ ਉਹ ਅਰਥ ਨਹੀਂ ਕੋਈ ਪਾਉਂਦਾ। ਪੁਰਖਾਦਮ ਭਾਵ ਪੁਰਖਾਂ ਤੋਂ ਵੀ ਆਦਮ, ਜੋ ਪੁਰਖ ਅਦਮ ਆ ਭਾਵ ਨੀਚ ਪੁਰਖ, ਉਹਨਾਂ ਨੀਚ ਪੁਰਖਾਂ ਨੂੰ ਤਿੰਨ ਦਾ ਅਰਥ ਉਹਨਾਂ ਨੀਚ ਪੁਰਖਾਂ ਨੂੰ, ਅਦਮ ਪੁਰਖਾਂ ਨੂੰ ਤਿਗ ਗਈ ਤਰਕਾਰ ਹੈ। ਉਲਟਾ ਹੰਕਾਰ ਤੇ ਖੁਸ਼ੀ ਧਾਰਨ ਕਰਦੇ, ਇਸ ਕਰਕੇ ਉਹਨਾਂ ਨੀਚ ਪੁਰਖਾਂ ਨੂੰ ਤਰਕਾਰ ਹੈ। ਦੋਹਰਾ ਪੁਨ ਤਿਕ ਤਿਕ ਤੇ ਨਰਨ ਕੋ, ਫਿਰ ਕਹਿੰਦੇ ਆ ਭਰਤਰੀ ਜੀ ਉਹਨਾਂ ਪੁਰਸ਼ਾਂ ਨੂੰ, ਨਰਨ ਕੋ ਕਹੀ ਉਹਨਾਂ ਪੁਰਸ਼ਾਂ ਨੂੰ, ਤ੍ਰਿਕ ਤਿਕ ਭਾਵ ਤ੍ਰਿਕ ਤ੍ਰਿਕ ਲਾਹਨਤ ਹੈ, ਲਾਹਨਤ ਉਹਨਾਂ ਨੂੰ, ਜੀਵਾਂ ਨੂੰ ਤੇ ਉਹਨਾਂ ਨੂੰ, ਕਿਹਨਾਂ ਨੂੰ, ਜੋ ਤਿਨੇ ਕਰਨ ਜੇ ਭਾਗ, ਜੋ ਉਹਨਾਂ ਤਿਨੇ ਕਹੀ ਉਹਨਾਂ ਭਾਵ ਉਹਨਾਂ ਰਾਜਿਆਂ ਦੇ ਘਰਾਂ ਨੂੰ ਜਿਹੜੇ ਹੰਕਾਰੀ ਆ, ਹੈਂਕੜਬਾਜ਼ੀ ਵਾਲੇ ਆ, ਸਮਝਦੇ ਮਾਨ ਸਤਿਕਾਰ ਨਹੀਂ ਕਿਸੇ ਦਾ ਕਰਦੇ, ਉਹਨਾਂ ਦੇ ਘਰਾਂ ਨੂੰ ਜੋ ਭਾਗ ਕੇ ਭੱਜ ਕੇ ਜਾਂਦੇ ਆ ਮੰਗਣ ਵਾਸਤੇ, ਪਹਿਰਨ ਵਾਸਤੇ, ਖਾਣ ਵਾਸਤੇ, ਛਾਂਦਾ ਲੈਣ ਜਾਂਦੇ, ਉਹਨਾਂ ਪੁਰਸ਼ਾਂ ਨੂੰ ਲਾਹਨਤ। ਇਹੋ ਜਿਹੇ ਵਿਦਵਾਨਾਂ ਨੂੰ ਵੀ, ਇਹੋ ਜਿਹੇ ਪੰਡਤਾਂ ਲੋਕਾਂ ਨੂੰ, ਇਹੋ ਜਿਹੇ ਸ਼ਾਸਤਰ ਗਿਆਨੀਆਂ ਨੂੰ ਤਿੰਨੇ ਕਰਨ ਜੇ ਭਾਗ, ਜਿਹੜੇ ਵੀ ਰਾਜਿਆਂ ਦੇ ਘਰਾਂ ਵਿੱਚ ਛਾਂਦੇ ਲੈਣ ਲਈ ਭੱਜ ਜਾਂਦੇ ਆ, ਭਾਗ ਕਹੀਏ ਭੱਜ ਜਾਂਦੇ ਆ, ਜੇ ਕਹੀਏ ਜਿਹੜੇ ਨਮੋ ਕਰਨ ਤਨ ਭਰਨ ਹਿਰਦ, ਅਤੇ ਜਾ ਨਮੋ ਕਰਨ ਨਮਸਕਾਰਾਂ ਕਰਦੇ ਆ। ਮਹਾਰਾਜ ਜੀ, ਰਾਜਾ ਜੀ ਕਾਹਦੇ ਵਾਸਤੇ? ਤਨ ਭਰਨ ਹਿਤ, ਤਨ ਕੇ ਸਰੀਰ ਨੂੰ ਭਰਨ ਵਾਸਤੇ, ਤਨ ਦਾ ਅਰਥ ਭਾਵ ਅਰਥ ਲਾ ਲੈਣਾ ਵੀ ਪੇਟ ਭਰਨ ਵਾਸਤੇ ਜੋ ਨਮਸਕਾਰਾਂ ਕਰਦੇ ਆ। ਕੀ ਕਾਹਦੀ ਗੱਲੋਂ? ਆਪਣੇ ਸਵਾਰਥ ਵਾਸਤੇ। ਸ਼ਰਨ ਵਿਸਵੰ ਭਰ ਤਿਆਗ, ਤੇ ਜੋ ਵਿਸ਼ਵ ਨੂੰ ਭਾਰ ਕੇ ਭਰਨ ਵਾਲਾ ਭਾਵ ਪਰਮੇਸ਼ਰ ਪਰਮਾਤਮਾ ਹੈ, ਜੋ ਸੰਸਾਰ ਨੂੰ ਭਰਨ ਵਾਲਾ ਜਗਤ ਪਾਲਕ ਹੈ, ਉਹਦੀ ਸ਼ਰਨ ਨੂੰ ਤਿਆਗ ਕੇ ਕਹੀਏ ਛੱਡ ਕੇ ਜੋ ਜਾਂਦੇ, ਉਹਨਾਂ ਨੂੰ ਲਾਹਨਤ ਹੈ ਬਹੁਤ। ਸਵਈਆ ਸੋਚ ਗੰਗ ਤਰੰਗ ਕੀ ਬੂੰਦ ਕਣੀ ਕਰ, ਇਹਨਾਂ ਕੁਝ ਕਹਿਣ ਤੋਂ ਬਾਅਦ ਪ੍ਰਸ਼ਨ ਖੜਾ ਹੁੰਦਾ ਵੀ ਉਹ ਫਿਰ ਭਰਤਰੀ ਜੀ ਸਰੀਰ ਦਾ ਪਾਲਣ ਹੋਰ ਕਿਸ ਤਰ੍ਹਾਂ ਕਰਨ, ਜੇ ਤੁਸੀਂ ਕਹਿੰਦੇ ਵੀ ਇੱਦਾਂ ਜਾਂਦੇ ਉਹਨੂੰ ਲਾਹਨਤ ਆ ਤੇ ਕੀ ਕਰਨ? ਤੇ ਉਹਦਾ ਜਵਾਬ ਦੇਣ ਲੱਗੇ, ਸਵਈਆ ਸੋਚ ਗੰਗ ਤਰੰਗ ਕੀ ਬੂੰਦ ਕਣੀ ਕਰ। ਭਰਤਰੀ ਜੀ ਕਹਿੰਦੇ ਆ ਵੀ ਸੋਚ ਜੋ ਪਵਿੱਤਰ ਆ, ਸੋਚਮਤਾਈ ਵਾਲੀ, ਜੋ ਪਵਿੱਤਰਤਾਈ ਵਾਲੀ ਗੰਗ ਕਈ ਗੰਗਾ ਆ, ਉਹ ਗੰਗਾ ਦੀ ਜਿਹੜੇ ਤਰੰਗਾਂ ਆ, ਜੋ ਲਹਿਰਾਂ ਆ, ਤਥਾ ਜੋ ਬੁਲਬੁਲੇ ਆ ਤੇ ਉਹ ਤਰੰਗਾਂ ਦੀ ਬੂੰਦਾਂ ਦੀ ਕਣੀ ਕਰਕੇ ਜੋ ਬੁੱਧਬਦੇ ਵੀ ਉਹ ਹਵਾ ਆਉਂਦੀ, ਹਵਾ ਦੀ ਵੇਗ ਕਰਕੇ ਫਿਸਲਦੇ ਆ, ਅਤੇ ਹਵਾ ਦੇ ਨਾਲ ਜਿਹੜੇ ਛੋਟੇ ਨਿੱਕੀਆਂ ਕਣੀਆਂ ਉੱਡਦੀਆਂ, ਤਾਂ ਉਹ ਉੱਡ ਕਰਕੇ ਤਰੰਗਾਂ ਦੀਆਂ ਬੂੰਦਾਂ ਦੀਆਂ ਕਣੀਆਂ ਕਰਕੇ ਸੀਤਲ ਚਾਰ ਹਿਮਾਚਲ ਕੀ ਸੈਲ, ਜੋ ਉੱਡ ਕਰਕੇ ਕਣੀਆਂ ਕਿਨਾਰੇ ਦੀਆਂ ਸਿਲਾਂ ਤੇ ਪੈਂਦੀਆਂ, ਠੀਕ ਹੈ, ਕਿਨਾਰੇ ਜਿਹੜੇ ਸਿਲਾਂ ਪਈਆਂ ਪੱਥਰ ਦੀਆਂ ਪੈਂਦੀਆਂ, ਤੇ ਉਹ ਸਿਲਾਂ ਕੀ ਆ? ਹਿਮਾਚਲ ਕੀ ਸਿਲ, ਹਿਮਾਚਲ ਜੋ ਪਹਾੜ ਆ, ਹਿਮਾਚਲ ਜੋ ਪਰਬਤ ਆ, ਉਹਦੇ ਹਿਮਾਚਲ ਦੇ ਪਰਬਤ ਦੀ ਨਿਆਈ ਹੈ ਸੀਤਲ ਠੰਡੀਆਂ ਚਾਰ, ਬੜੀਆਂ ਸੁੰਦਰ ਆ, ਸਿਲਾਂ ਦੀ ਨਹੀਂ ਬੜੀ ਸੁੰਦਰ ਤੇ ਠੰਡੀਆਂ, ਜਿਵੇਂ ਹਿਮਾਚਲ ਪਹਾੜ ਬਹੁਤ ਠੰਡਾ ਆ ਤੇ ਸੁੰਦਰ ਆ। ਕਹਿੰਦੇ ਆ ਸੋਚ ਗੰਗ ਤਰੰਗ ਕੀ ਬੂੰਦ ਕਣੀ ਕਰ। ਭਰਤਰੀ ਮਹਾਰਾਜ ਕਹਿੰਦੇ ਆ ਜੋ ਪਵਿੱਤਰ ਗੰਗਾ ਆ, ਗੰਗਾ ਦੀ ਲਹਿਰਾਂ ਦੀ ਜਿਹੜੀ ਬੂੰਦਾਂ ਆ, ਬੂੰਦਾਂ ਦੀਆਂ ਕਣੀਆਂ ਕਰਕੇ, ਤੇ ਉਹ ਜੋ ਵੀ ਕਿਨਾਰੇ 'ਤੇ ਪਈ ਸਿਲਾਂ ਪੱਥਰ ਪਏ ਹੋਏ ਆ, ਤੇ ਉਹ ਪੱਥਰ ਜਿਹੜੇ ਆ ਹਿਮਾਚਲ ਪਹਾੜ ਦੀ ਨਿਆਈ ਆ, ਤੇ ਉਸ ਉੱਪਰ ਜੋ ਠੰਡੀਆਂ ਗੰਗਾ ਦੀ ਤਰੰਗ ਦੀਆਂ ਬੂੰਦਾਂ ਦੀਆਂ ਕਣੀਆਂ ਪੈਂਦੀਆਂ, ਤੇ ਜੋ ਚਾਰ ਕਹੀਏ ਬਹੁਤ ਠੰਡੀਆਂ ਸੁੰਦਰ ਗੰਗਾ ਦੀਆਂ ਲਹਿਰਾਂ ਵਾਂ, ਫਿਰ ਹਿਮਾਚਲ ਦੀ ਸਿਲਾਂ ਵਾਂਗ ਜੋ ਸੁੰਦਰ ਸਿਲਾਂ ਹੈ, ਤੇ ਉਹਨਾਂ 'ਤੇ ਠੰਡੀਆਂ ਕਣੀਆਂ ਪੈਂਦੀਆਂ। ਐਸਾ ਜੋ ਗੰਗਾ ਦਾ ਨਜ਼ਾਰਾ ਹੈ, ਜੇ ਫੂਲ ਫਲਾਦ ਉਪਾਨ ਤਰੇ, ਉਹਨਾਂ ਕਹਿੰਦੇ ਵੀ ਜਿਸ
ਫਿਰ ਗੰਗਾ ਦੇ ਸਥਾਨ ਵਿੱਚ ਤੇ ਫੁੱਲ ਫਲ ਆਦਿਕ ਸੌਦਾ ਭੋਜ ਪੱਤਰ ਇਹੋ ਜਿਹੀਆਂ ਇਤਿਆਦਿਕ ਉਪਾਂਤਰੇ ਭੇਟਾ ਧਰੇ ਧਾਰਨ ਕਰਕੇ ਭੇਟਾ ਧਰੇ ਕੇ ਰੱਖ ਕਰਕੇ ਸੇਵਕੋ ਨਿਤ ਪੂਜਤ ਦੇਵ ਬਧੂ ਮਿਲ। ਤੇ ਸ਼ਿਵ ਜੀ ਦੀ ਪੂਜਾ ਕਰਦੀਆਂ ਦੇਵ ਬਧੂ ਮਿਲ ਪਾ ਦੇਵਤਿਆਂ ਦੀਆਂ ਇਸਤਰੀਆਂ ਮਿਲ ਕਰਕੇ ਵੀ ਜਿਸ ਸਥਾਨ ਤੇ ਦੇਵ ਇਸਤਰੀਆਂ ਮਿਲ ਕਰਕੇ ਆਪਸ ਵਿੱਚ ਫਲ ਫੁੱਲ ਆਦਿਕਾਂ ਦੀ ਭੇਟਾ ਰੱਖ ਕੇ ਤੇ ਨਿਤਾ ਪ੍ਰਤੀ ਸ਼ਿਵ ਜੀ ਨੂੰ ਪੂਜਦੀਆਂ। ਹਾਂਜੀ, ਜੇ ਫੂਲ ਫਲਾਦ ਉਪਾਂਤਰੇ ਜਿੱਥੇ ਵੀ ਫੁੱਲ ਅਤੇ ਫਲ ਆਦਿਕ ਦੀਆਂ ਉਪਾਨ ਕੇ ਭੇਟਾ ਧਰੇ ਰੱਖ ਕੇ ਸ਼ਿਵ ਕੋ ਨਿਤ ਸ਼ਿਵ ਜੀ ਨੂੰ ਨਿਤ ਹਮੇਸ਼ਾ ਹੀ ਪੂਜਦੀਆਂ। ਕੌਣ? ਦੇਵਤਿਆਂ ਦੀਆਂ ਬਧੂ ਇਸਤਰੀਆਂ ਮਿਲ ਕਰਕੇ। ਪਰ ਭੋਜਨ ਮੈਂ ਨਿਜ ਜੋ ਜਨ ਦੇ ਦਿਲ, ਪਰ ਭੋਜਨ ਮੈਂ ਨਿਜ ਜੋ ਜਨ ਦੇ ਦਿਲ। ਕਹਿੰਦੇ ਆ ਵੀ ਸੁਣੋ ਤੁਸੀਂ, ਪਰ ਪੁਰਸ਼ ਜਿਹੜੇ ਆ ਪਰ ਭੋਜਨ ਪਰ ਪਰਾਇਆ ਭੋਜਨ ਪਰ ਪੁਰਸ਼ਾਂ ਦੇ ਘਰ ਵਿੱਚ ਜੋ ਭੋਜਨ ਆ ਉਸ ਭੋਜਨ ਦੇ ਵਾਸਤੇ ਜੋ ਜਨ ਜੋ ਪੁਰਸ਼ ਨਿਜ ਕਹੀਏ ਆਪਣਾ ਦਿਲ ਦੇ ਦਿੰਦੇ ਆ, ਦਿਲ ਨੂੰ ਦੇ ਰਹੇ ਲਗਾ ਰਹੇ ਆ। ਪਰਾਏ ਪੁਰਸ਼ਾਂ ਦੇ ਘਰ ਵਿੱਚ ਜੋ ਪੁਰਸ਼ ਭੋਜਨ ਕਰਨ ਦੇ ਵਾਸਤੇ ਵੀ ਭੋਜਨ ਛਕਾਂਗੇ ਜਾ ਕੇ ਉੱਥੇ ਆਪਣੇ ਦਿਲ ਨੂੰ ਲਗਾਉਂਦੇ ਆ। ਤੇ ਸੁਣੋ ਮੈਂ ਕਹਿਣਾ ਵਾਂ, ਤਾ ਗਿਰ ਕੋ ਕਤ ਕਾਲ ਲਿਓ ਗਿਲ। ਕਹਿੰਦੇ ਬੜਾ ਅਫਸੋਸ ਆ ਵੀ ਤਾਂ ਗਿਰ ਉਹ ਜਿਹੜਾ ਪਹਾੜ ਆ ਜਿਹੜਾ ਜਿਹਦੇ ਬਾਰੇ ਹੁਣੇ ਮੈਂ ਦੱਸਿਆ, ਗੰਗਾ ਦੀ ਜਲ ਦੀਆਂ ਲਹਿਰਾਂ ਜਿੱਥੇ ਠੰਡੀਆਂ ਠੰਡੀਆਂ ਬੂੰਦਾਂ ਪੈ ਰਹੀਆਂ, ਫਲ ਫੁੱਲ ਆਦਿਕ ਰੱਖ ਕੇ ਦੇਵ ਬਧੂਆ ਦੇਵ ਇਸਤਰੀਆਂ ਪੂਜਾ ਕਰ ਰਹੀਆਂ ਸ਼ਿਵ ਜੀ ਦੀਆਂ। ਕਹਿੰਦੇ ਵੀ ਬੜਾ ਅਫਸੋਸ ਹੈ ਵੀ ਤਾ ਗਿਰ ਕੋ ਉਸ ਪਰਬਤ ਨੂੰ ਕਤ ਕਹੀਏ ਕੀ ਕਾਲ ਨੇ ਗਿਲ ਕਹੀਏ ਨਿਗਲ ਲਿਆ ਗਰਸ ਲਿਆ। ਪ੍ਰਸ਼ਨ ਕਰਦੇ ਆ ਵੀ ਉਹ ਪਰਬਤ ਨੂੰ ਐਸੇ ਨੂੰ ਕਾਲ ਨੇ ਕੀ ਭਖਣ ਕਰ ਲਿਆ ਵੀ ਜਿਸ ਤੋਂ ਫਲ ਫੁੱਲ ਲੈ ਕੇ ਤੇ ਦੇਵ ਜਿਹੜੀਆਂ ਬਧੂ ਇਸਤਰੀਆਂ ਸ਼ਿਵ ਨੂੰ ਪੂਜਦੀਆਂ। ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜਾ ਜਾਚਨਾ ਮੰਗਣ ਤੋਂ ਰਹਿਤ ਹੋ ਕੇ ਨਾ ਮਨੁੱਖ ਨੂੰ, ਗੁਣੀ ਗਿਆਨੀ ਨੂੰ, ਵਿਦਵਾਨ ਨੂੰ, ਤਿਆਗੀ ਨੂੰ ਤੇ ਫਲਾਂ ਕਰਕੇ ਫੁੱਲਾਂ ਕਰਕੇ ਆਪਣਾ ਸਰੀਰ ਭਾਲਣਾ ਚਾਹੀਦਾ ਹੈ। ਅਤੇ ਜੋ ਪੁਰਸ਼ ਵੀ ਐਸਾ ਜਿੱਥੋਂ ਮੰਗਣਾ ਨਹੀਂ ਪੈਂਦਾ, ਐਸੇ ਪਰਬਤਾਂ ਨੂੰ ਜਿੱਥੇ ਸੁੱਖ ਆ ਤੇ ਜਿਹਦੇ ਕਿਨਾਰੇ ਫਲ ਫੁੱਲ ਮਿਲ ਜਾਂਦੇ ਆ, ਉਹਨੂੰ ਤਿਆਗ ਕੇ ਤੇ ਧਨੀ ਪੁਰਸ਼ ਸ਼ਾਹੂਕਾਰ ਰਾਜੇ ਪੁਰਸ਼ ਆਦਿ ਕੋ ਨਰਾਦਰ ਸਹਾਰਦੇ ਆ, ਨਰਾਦਰ ਆਪਣਾ ਕਰਾਉਂਦੇ ਆ। ਅਪਮਾਨ ਸਹੀ ਵਿਦ ਭਾਵ ਅਪਮਾਨ ਸਹਿੰਦੇ ਆ, ਆਪਣਾ ਨਰਾਦਰ ਸਹਾਰਦੇ ਆ। ਸਹੀ ਕਹੀਏ ਸਹਾਰਦੇ, ਅਪਮਾਨ ਕਹੀਏ ਨਰਾਦਰ। ਅਪਮਾਨ ਸਹੀ ਕਹਿੰਦੇ ਸਹੀ ਉਹ ਨਿਸ਼ਚੇ ਕਰਕੇ ਅਪਮਾਨਿਤ ਪੁਰਸ਼ ਆ, ਉਹ ਨਿਸ਼ਚੇ ਕਰਕੇ ਉਹ ਪੁਰਸ਼ ਨੀਚਾਂ ਤੋਂ ਨੀਚ। ਅਪਮਾਨ ਸਹੀ ਭਾਵ ਸਹੀ ਦਾ ਅਰਥ ਇਸ ਨੂੰ ਪਹਿਲੇ ਤਾਂ ਸਹੀ ਅਪਮਾਨ ਸਹੀ ਸਹਾਰਦੇ ਆ। ਅਪਮਾਨ ਸਹੀ ਵੇਦ ਭਾਵ ਨਿਸ਼ਚੇ ਕਰਕੇ ਉਹ ਅਪਮਾਨਿਤ ਆ, ਸਹੀ ਕਰਕੇ ਪੁਰਸ਼। ਸਹੀ ਕਹੀਏ ਨਿਸ਼ਚੇ ਕਰਕੇ ਅਪਮਾਨਿਤ ਪੁਰਸ਼ ਭਾਵ ਨੀਚ ਤੋਂ ਨੀਚ ਪੁਰਸ਼ ਆ। ਉਹ ਕੀ ਮਨੁੱਖ ਥੋੜ੍ਹੀ ਕੋਈ, ਉਹ ਤੇ ਪਸ਼ੂ ਹੀ ਆ। ਕਹਿੰਦੇ ਧੀਰ ਸਹੀ ਨਿਰਪ ਧਾਮ ਅਹੀ ਬਿਲ। ਪ੍ਰਸ਼ਨ ਆ ਵੀ ਨੀਚ ਅਤੇ ਪਸ਼ੂ ਕਿਉਂ ਆ, ਦੱਸੋ ਭਰਤਰੀ ਜੀ। ਉੱਤਰ ਦਿੰਦੇ ਆ ਧੀਰ ਸਹੀ। ਕਹਿੰਦੇ ਜੋ ਅਸਲ ਵਿੱਚ ਸਹੀ ਕਹੇ ਨਿਸ਼ਚੇ ਕਰਕੇ ਜੋ ਧੀਰ ਜਵਾਨ ਪੁਰਸ਼ ਆ ਨਾ, ਨਿਰਪ ਧਾਮ ਅਹੀ ਬਿਲ, ਜੋ ਧੀਰ ਜਵਾਨ ਪੁਰਸ਼ ਆ
ਕਹਿੰਦੇ ਉਹ ਰਾਜੇ ਨ੍ਰਿਪ ਰਾਜੇ ਧਨੀ ਲੋਕ ਆਦਿਕਾਂ ਦੇ ਜਿਹੜੇ ਧਾਮ ਕੇ ਮੰਦਰ ਆ, ਉਹਨਾਂ ਨੂੰ ਉਹਨਾਂ ਨੇ ਆਹੀ ਨਾਮ ਸੱਪ ਦੀ ਬਿੱਲ ਕਹੀਏ ਖੁੱਡ ਵੱਤ ਜਾਣਿਆ, ਸਹੀ ਕਹੀਏ ਨਿਸ਼ਚੇ ਕਰਕੇ। ਤੀਰਜਵਾਨ ਪੁਰਸ਼ਾਂ ਨੇ ਸਹੀ ਕਹੀਏ ਨਿਸ਼ਚੇ ਕਰਕੇ ਰਾਜਿਆਂ ਤੇ ਧਨੀ ਲੋਕਾਂ ਦੇ ਧਾਮ ਆਹੀ ਬਿੱਲ ਸੱਪ ਦੀ ਖੁੱਡ ਵਾਂਗ ਬਿੱਲ ਵਾਂਗ ਜਾਣਿਆ। ਤੇ ਇਸ ਕਰਕੇ ਉਹ ਨਿਰਜਾਚਨਾ ਦੇ ਵਿਹਾਰ ਨੂੰ ਭਰਤ ਜੀ ਦੱਸ ਰਹੇ ਆ ਵੀ ਇਹ ਉਸ ਜਿਹੜੇ ਤੀਰਜਵਾਨ ਪੁਰਸ਼ ਆ, ਵਿਦਵਾਨ ਪੁਰਸ਼ ਆ, ਉਹ ਧਨੀ ਲੋਕਾਂ ਦੇ ਰਾਜਿਆਂ ਘਰਾਂ ਦੇ ਜਾਣਾ ਪਸੰਦ ਨਹੀਂ ਕਰਦੇ, ਉਸ ਨੂੰ ਆਪਣੀ ਮੌਤ ਦਾ ਕਾਰਨ ਸਮਝਦੇ। ਜਿਵੇਂ ਸੱਪ ਦੀ ਖੁੱਡ ਵਿੱਚ ਹੱਥ ਪਾਉਣਾ ਤੇ ਉਹ ਕੀ ਆ, ਸਿੱਧਾ ਹੀ ਮੌਤ ਕਰਾਉਣ ਵਾਲੀ ਗੱਲ ਹੈ। ਇਸ ਕਰਕੇ ਤੀਰਜਵਾਨ ਪੁਰਸ਼ਾਂ ਨੇ ਸਹੀ ਕਰ ਲਿਆ, ਨਿਸ਼ਚੇ ਕਰ ਲਿਆ ਕਿ ਰਾਜ ਦਾ ਘਰ ਜਿਹੜਾ ਵਾ, ਧਨੀਆਂ ਦਾ ਘਰ ਜਿਹੜਾ ਧਾਮ ਆ, ਉਹ ਤੇ ਆਹੀ ਬਿੱਲ ਆਹੀ ਨਾਮ ਸੱਪ ਦੀ ਬਿੱਲ ਗਈ ਖੁੱਡ ਵਾਂਗ ਆ ਤੇ ਮੌਤ ਦਾ ਹੀ ਕਾਰਨ। ਅਪਮਾਨ ਸਹੀ ਅਪਮਾਨ ਸਹੀ ਵਿਦ ਦਾ ਅਰਥ ਧੱਦੇ ਨਾਲ ਲਿਖਿਆ ਇੱਥੇ, ਅਤੇ ਦੱਦੇ ਨਾਲ ਪਾਠ ਬਣਦਾ ਵਿਦਵਾਨ, ਕਿਉਂਕਿ ਇਹਦਾ ਅਰਥ ਕਰਦੇ ਵੀ ਵਿਦਵਾਨ ਅਤੇ ਧੀਰਜਵਾਨ ਵਿਦਵਾਨ ਧੀਰਜਵਾਨ ਪੁਰਸ਼ਾਂ ਨੇ। ਅਪਮਾਨ ਦਾ ਅਰਥ ਲਾਉਣਾ ਵੀ ਅਪਮਾਨ ਜਾਂ ਨਿਰਾਦਰ ਸਹੀ ਵੀ ਸਹਾਰਦੇ ਆ, ਉਹ ਸਹੀ ਕਹੀਏ ਨਿਸ਼ਚੇ ਕਰਕੇ ਹੀ ਅਪਮਾਨੀ ਪੁਰਸ਼ ਆ। ਅਪਮਾਨ ਭਾਵ ਨੀਚ ਪੁਰਸ਼ ਮੰਨੇ। ਸਵਈਆ ਪ੍ਰਤ ਕਾਨਨ ਬਿਰਛਨ ਤੇ ਮਨ ਬਾਂਛਿਤ। ਪ੍ਰਤ ਕਾਨਨ, ਪ੍ਰਤ ਨਾਮ ਹੁੰਦਾ ਹਰ ਇੱਕ, ਭਾਵ ਕਾਨਨ ਨਾਮ ਜੰਗਲ ਦਾ, ਹਰ ਇੱਕ ਜੰਗਲ ਬਨ। ਬਿਰਛਨ ਤੇ ਮਨ ਬਾਂਛਿਤ ਭਾਵ ਹਰ ਇੱਕ ਬਨ ਜਲ ਬਨ ਜੰਗਲ ਤੇ ਬਿਰਛਾਂ ਤੋਂ, ਬਿਰਛਨ ਤੇ ਭਾਵ ਬਿਰਛਾਂ ਤੋਂ, ਮਨ ਬਾਂਛਿਤ ਮਨ ਭਾਉਂਦੇ। ਲਾਭ ਸੁਖੈ ਫਲਾਦ ਅਪਾਰਾ, ਅਪਾਰਾ ਕਹੀਏ ਬੇਅੰਤ ਹੀ, ਜਿਹੜੇ ਫਲ ਆਦਿਕ ਆ, ਫਲ ਫੁੱਲ ਆਦਿਕ ਆ, ਉਹ ਬੜੇ ਹੀ ਸੌਖੇ, ਸੁਖੇ ਕਹੀਏ ਬੜੇ ਹੀ ਸੌਖੇ ਜਾਂ ਸੁੱਖ ਨਾਲ ਸੌਖੀ ਤਰ੍ਹਾਂ ਨਾਲ ਲਾਭ ਕੇ ਪ੍ਰਾਪਤ ਹੋ ਜਾਂਦੀ। ਤੇ ਸੁਖੇ ਜਿਹੜਾ ਪਾਠ ਗਲਤ ਹੈ, ਤੇ ਪਾਠ ਸੁਖੈਨ ਕੀਤਾ, ਵਿਦਵਾਨਾਂ ਨੇ ਪਾਠ ਤੇ ਸੁਖੈਨ ਕਰਾਇਆ ਕਿ ਪਰਤ ਕਾਨਨ ਬਿਰਛਨ ਤੇ ਮਨ ਬਾਂਛਿਤ। ਇਹ ਵੀ ਇੱਕ ਪ੍ਰਤੀ ਹਰ ਕਾਨਨ ਜੰਗਲ, ਇੱਕ ਇੱਕ ਜੰਗਲ ਦੇ ਵਿੱਚ ਕਹਿੰਦੇ ਬਿਰਛਨ ਤੇ ਭਾਵ ਬਿਰਛਾਂ ਤੋਂ ਮਨ ਬਾਂਛਿਤ ਮਨ ਭਾਉਂਦੇ, ਮਨ ਬਾਂਛਿਤ ਮਨ ਇੱਛਤ ਜਿਹੜੇ ਆ ਉਹ ਵੀ ਲਾਭ ਸੁਖੈਨ ਫਲਾਦ ਅਪਾਰਾ, ਫਲ ਆਦਿਕ ਫਲ ਫੁੱਲ ਆਦਿਕ ਅਪਾਰ ਕੇ ਬੇਅੰਤੀ ਜਿਹੜੇ ਲਾਭ ਕਹੀਏ ਪ੍ਰਾਪਤ ਹੋ ਜਾਂਦੇ ਆ, ਤੇ ਸੁਖੈਨ ਕਹੀਏ ਸੌਖੇ, ਤੇ ਜੋ ਬਹੁਤ ਪ੍ਰਕਾਰ ਦੇ ਸਵਾਦਾਂ ਵਾਲੇ। ਠੀਕ ਹੈ ਜੀ। ਸਰਤਾ ਕੇ ਸਥਾਨ ਸਥਾਨ ਵਿਖੇ, ਵਿਸ਼ਰਾਮ ਲਾਉਣਾ ਸੋਚਦੇ। ਸਰਤਾ ਕੇ ਸਥਾਨ ਸਥਾਨ ਵਿਖੇ ਸੋਚ, ਸਰਤਾ ਕੀ ਨਦੀਆਂ ਦੇ ਸਥਾਨ ਸਥਾਨ ਕੀ ਕੰਢੇ ਕੰਢੇ ਵਿੱਚੋਂ ਜਿਹੜਾ ਸੋਚ ਕੇ ਪਵਿੱਤਰ। ਸੀਤਲ ਮਿਸ਼ਟ ਮਿਲੇ ਬਹੁ ਬਾਰਾ, ਸੀਤਲ ਕਹੀਏ ਠੰਡਾ, ਮਿਸ਼ਟ ਕਹੀਏ ਮਿੱਠਾ, ਮਿਲੇ ਬਹੁ ਬਾਰਾ, ਬਹੁ ਬਾਰਾ ਭਾਵ ਬਹੁਤ ਬਾਰਾ ਪਾਣੀ ਮਿਲੇ ਕਹੀਏ ਮਿਲ ਜਾਂਦਾ ਹੈ। ਭਰਤ ਜੀ ਹੁਣ ਇਹ ਦੱਸ ਰਹੇ ਆ ਵੀ ਤੁਸੀਂ ਕਹਿੰਦੇ ਵੀ ਗੁਜ਼ਾਰਾ ਕਿੱਥੋਂ ਹੋਵੇ, ਤੇ ਨਿਰਜਾਚਨਾ ਦਾ ਵਿਹਾਰ ਦੱਸਣ ਡੇ ਆ ਵੀ ਹਰ ਜੰਗਲ ਦੇ ਬਿਰਛਾਂ ਤੋਂ ਮਨ ਭਾਉਂਦੇ ਫਲ ਫੁੱਲ ਆਦਿਕ ਪ੍ਰਾਪਤ ਸੌਖੇ ਹੋ ਜਾਂਦੇ ਆ, ਤੇ ਨਦੀਆਂ ਦੇ ਕੰਢੇ ਕੰਢੇ ਦੇ ਵਿੱਚੋਂ ਚਾਹ ਸੀਤਲ ਮਿੱਠਾ ਬਹੁ ਬਾਰਾ, ਬਹੁਤ ਬਾਰਾ ਕੀ ਜਲ ਮਿਲ ਜਾਂਦਾ ਹੈ। ਜਲ ਪੱਤਰਵਤੀ ਮ੍ਰਿਦ ਸਾਪੁਰ ਸੀਤਲ, ਅਤੇ ਜਲ ਦੇ ਉੱਪਰ ਜਿਹੜੀ ਨੇੜੇ ਦੀ ਜੋ ਚੌਪੱਤੀ ਆ, ਹਾਂਜੀ, ਉਹ ਮ੍ਰਿਦ ਦੀ ਬੜੀ ਕੋਮਲ ਆ, ਤੇ ਜਿਸ ਦਾ ਸਾਪਰ ਕਹੀਏ ਸਪਰਸ਼ ਵੀ ਬੜਾ ਸੀਤਲ ਕਹੀਏ ਠੰਡਾ ਆ।
ਜਲ ਪੱਤਰਵਤੀ ਮ੍ਰਿਦ ਸਾਫਰ ਸੀਤਲ। ਜਲ ਦੇ ਜਿਹੜੇ ਕਿਨਾਰੇ ਪੱਤਰਵਤੀ ਭਾਵ ਪੱਤਰਾਂ ਵਾਲੀ ਹਾਂਜੀ, ਮ੍ਰਿਦ ਕੋਮਲ ਸਾਫਰ ਸਪਰਸ਼ ਕਰਨ ਨੂੰ ਜਿਹੜੀ ਹੈ ਧਰਤੀ ਆ, ਧਰਤੀ ਰੂਪੀ ਸੇਜਾ ਜਿਹੜੀ ਆ ਉਹ ਬੜੀ ਸੀਤਲ ਗਈ, ਠੰਡੀ ਆ। ਪਾਦ ਕੇ ਹੋਵਤ ਭੂਤਨ ਦੁਆਰਾ, ਪਾਦ ਕੇ ਨਾਮ ਸੇਜਾ ਦੇ ਹੋਵਤ ਗਈ ਹੁੰਦਿਆਂ ਭੂਤਨ ਕਹੀਏ ਜਿਹੜੇ ਮੂਰਖ ਆ, ਉਹ ਉਹਨਾਂ ਦੇ ਜਿਹੜੇ ਦੁਆਰੇ ਆ ਬੂਹੇ, ਉੱਥੇ ਕੌਣ ਜਾਂਦਾ? ਜੋ ਸਿਆਣੇ ਪੁਰਸ਼ ਆ ਉਹ ਜਲ ਦੇ ਕਿਨਾਰੇ ਪੱਤਰਾਂ ਵਾਲੀ ਕੋਮਲ ਦੇ ਠੰਡੇ ਸਪਰਸ਼ ਵਾਲੀ ਜਿਹੜੀ ਧਰਤੀ ਰੂਪ ਸੇਜਾ ਆ ਉਹਦੇ ਹੁੰਦਿਆਂ ਮੂਰਖਾਂ ਦੇ ਬੂਹੇ ਤੇ ਭਲਾ ਕੌਣ ਜਾਂਦਾ? ਵੀ ਕੋਈ ਨਹੀਂ ਜਾਂਦਾ। ਭਾਵ ਗੁਣੀ ਭਰਤ ਜੀ ਆਪਣਾ ਇਸ਼ਾਰਾ ਕਰਦੇ ਵੀ ਸਿਆਣਾ ਕਿੱਥੇ ਜਾਂਦਾ? ਸਿਆਣਾ ਨਹੀਂ ਜਾਂਦਾ। ਠੀਕ ਹੈ ਜੀ। ਪਾਦ ਕੇ ਦਾ ਅਰਥ ਲਾਉਣਾ ਵਾ ਸੇਜਾ। ਵੀ ਕੌਣ ਮਾਨੀ ਪੁਰਸ਼ ਰਾਜਿਆਂ ਧਨੀਆਂ ਦੇ ਦੁਆਰੇ ਭਰ ਜਾਵੇ? ਕੋਈ ਨਹੀਂ ਜਾਂਦਾ ਜਿਹੜਾ ਸਿਆਣਾ ਹੈ। ਸਾਪਰ ਦਾ ਅਰਥ ਲਾਉਣਾ ਸਪਰਸ਼, ਮ੍ਰਿਦ ਦਾ ਅਰਥ ਕੋਮਲ, ਪੱਤਰਵਤੀ ਪੱਤਿਆਂ ਵਾਲੀ, ਪਾਦ ਕੇ ਕਹੀਏ ਸੇਜਾ ਦੇ, ਪਾਦ ਕੇ ਸੇਜਾ ਦੇ ਹੋਵਤ ਕੇ ਹੁੰਦੇ ਆ। ਸੱਠ ਕੇ ਮਤ ਮਾਨ ਮਹਾਂ ਭਟਕੇ, ਮਤ ਦੇ ਵਿਸ਼ਰਾਮ ਲਾਉਂਦੇ ਤਾਂ ਸੱਠ ਕੇ ਮਤ ਮਾਨ ਮਹਾਂ ਭਟਕੇ ਮਤ। ਪਰੰਤੂ ਕਹਿੰਦੇ ਜੋ ਪੁਰਸ਼ ਕਹਿੰਦੇ, ਪਰੰਤੂ ਕਹਿੰਦੇ ਵੀ ਜੋ ਸੱਠ ਕੇ ਮੂਰਖ ਆ, ਸੋ ਆਪਣੀ ਬੁੱਧੀ ਅਤੇ ਮਾਨ ਨੂੰ ਤਿਆਗ ਕਰਕੇ ਭਟਕਦੇ। ਉਹ ਬੁੱਧੀ ਅਤੇ ਮਾਣ ਕੇ ਸਤਿਕਾਰ ਨੂੰ ਤਿਆਗ ਕਰਕੇ ਭਟਕਦੇ ਆ। ਕਿੱਦਾਂ? ਆਤਸ਼ੇ ਕਰਕੇ। ਮਾਨ ਤਹਾਂ ਕਤ ਹੋਵਤ ਖੁਆਰਾ, ਮਾਨ ਤਹਾਂ ਮਤ ਮਾਨ ਪਾਠ ਇਕੱਠਾ ਲਾਉਣਾ। ਇਹ ਮਤ ਪਾਠ ਗਲਤ ਕੀਤਾ ਉਸ ਦਿਨ ਲੱਗਣਾ। ਇਹ ਬਣੂਗਾ ਸੱਠ ਕੇ ਮਤ ਮਾਨ ਮਹਾਂ ਭਟਕੇ ਤੇ ਮਤ ਮਾਨ ਤਹਾਂ ਕਤ ਹੋਵਤ ਖੁਆਰਾ। ਮਤ ਮਾਨ ਜੋ ਮਤ ਦਾ ਮਤ ਮਾਨ ਮਤ ਵਾਲਾ ਭਾਵ ਸ੍ਰੇਸ਼ਟ ਮਤ ਵਾਲਾ ਜੋ ਮਤੀਮਾਨ ਪੁਰਸ਼ ਆ। ਤਹਾਂ ਕਹੀਏ ਉਹ ਜਿਹੜੇ ਧਨੀ ਲੋਕ ਆ, ਉਹ ਧਨੀਆਂ ਦੇ ਜਿਹੜੇ ਦੁਆਰੇ ਆ ਵੀ ਕਦ ਕੀ ਧਨੀਆਂ ਦੇ ਦੁਆਰੇ ਤੇ ਉਹ ਭਲਾ ਵੀ ਕਦੋਂ ਜਿਹੜਾ ਹੋਵਤ ਹੁੰਦਾ ਕੁਆਰਾ ਕੀ ਕੁਆਰ ਦੁਖੀ। ਮਤ ਮਾਨ ਪੁਰਸ਼ ਉੱਥੇ ਧਨੀਆਂ ਦੁਆਰੇ ਤੇ ਕਿੱਥੇ ਜਾਂਦਾ? ਉਹਦੇ ਦੁੱਖਾਂ ਤੋਂ ਰਹਿਤ ਆ, ਉਹ ਨਹੀਂ ਜਾਂਦਾ। ਮਤਲਬ ਸੱਠ ਕੇ ਮਤ ਮਾਨ ਮਹਾਂ ਭਟਕੇ। ਮੂਰਖ ਪੁਰਸ਼ ਹੀ ਕਹਿੰਦੇ ਬੁੱਧੀ ਦੇ ਮਾਣ ਦੇ ਹੁੰਦਿਆਂ ਹੋਇਆਂ ਵੀ ਬੜਾ ਭਟਕਦੇ ਹੈ। ਸੱਠ ਮੂਰਖ ਲੋਕ ਜੋ ਆ ਉਹ ਮਤ ਦੇ ਹੁੰਦਿਆਂ ਮਾਣ ਦੇ ਹੁੰਦਿਆਂ ਵੀ ਮਹਾ ਬਹੁਤ ਭਟਕਦੇ ਆ ਤੇ ਆਪਣੀ ਹਾਨੀ ਕਰਾਉਂਦੇ ਆ। ਮਤ ਮਾਨ ਤਾਂ ਜਿਹੜੇ ਮਤੀ ਮਾਨ ਆ ਸ੍ਰੇਸ਼ਟ ਮਤ ਵਾਲੇ ਪੁਰਸ਼ ਆ, ਉਹ ਤਾਂ ਕਹੀਏ ਉਹਨਾਂ ਰਾਜਿਆਂ ਧਨੀਆਂ ਹੰਕਾਰੀਆਂ ਦੇ ਕਦੋਂ ਜਿਹੜਾ ਹੋਵਤ ਖੁਆਰਾ ਕਦੋਂ ਖੁਆਰ ਹੁੰਦੇ ਆ। ਕਿੱਥੇ ਖੁਆਰ ਹੁੰਦੇ ਆ? ਉਹ ਨਹੀਂ ਹੁੰਦੇ। ਬੁੱਧੀਮਾਨ ਪੁਰਸ਼ ਖੁਆਰ ਨਹੀਂ ਹੁੰਦੇ ਜੋ ਸਿਆਣੇ। ਇਹ ਤੇ ਸਾਡੇ ਵਰਗਿਆਂ ਦੇ ਕੰਮ ਆ। ਮਾਇਆ ਕਾਰਨ ਜਿਹੜਾ ਸਦੀ ਝੂਰਦੇ ਰਹਿੰਦੇ। ਕਵਿੱਤ ਹੋਰ ਦੱਸਣਗੇ ਕੰਦਰਾਂ ਤੇ ਕੰਦ ਮੂਲ ਮਹਾ ਨਿਰਮੂਲ ਪਏ। ਭਰਤਰੀ ਜੀ ਬੜਾ ਡਾਟ ਕੇ ਕਹਿ ਰਹੇ ਆ, ਤੁਸੀਂ ਸੁਣੋ ਵੀ ਜਿਹੜੇ ਪਰਬਤਾਂ ਦੀਆਂ ਗੁਫਾ ਆ, ਕੰਦਰਾਂ ਨਾਮ ਗੁਫਾ ਦਾ ਹੁੰਦਾ। ਪਰਬਤਾਂ ਦੀਆਂ ਜੋ ਗੁਫਾ ਆ ਉਹ ਤਾਂ ਕਹਿੰਦੇ ਵਸਣ ਨੂੰ ਬਹੁਤ ਆ ਤੇ ਜ਼ਮੀਨ ਦੇ ਵਿੱਚ ਕੰਦ ਮੂਲ ਆਦਿ ਤੇ ਉਹ ਵੀ ਹੋਣ ਵਾਲੇ ਵਾਧੂ ਕਿ ਉਹਦੇ ਇੰਨਾ ਕੁਝ ਕੀ ਇਹਦੇ ਨਾਸ ਹੋ ਗਿਆ ਹੈ। ਤੁਸੀਂ ਦੱਸੋ ਕੰਦਰਾਂ ਤੇ ਕੰਦ ਮੂਲ ਮਹ ਕਹਾ ਨਿਰਮੂਲ ਪਏ।
ਕਹਿੰਦੇ ਵੀ ਕਾਹ ਦਾ ਅਰਥ ਲਾਉਣਾ, ਇੱਥੇ ਕਾਹ ਦਾ ਅਰਥ ਚੁੱਕ ਲੈਣਾ ਵੀ ਕੀ ਜਿਹੜੀਆਂ ਕੰਦਰਾਂ ਤੋਂ ਜਾਂ ਗੁਫਾਵਾਂ, ਗੁਫਾ ਦੇ ਜਿਹੜੇ ਕੰਧ ਮੂਲ, ਕੰਦਰਾ ਭਾ ਗੁਫਾ ਦੇ ਜਿਹੜੇ ਕੰਧ ਮੂਲ ਆਦਿਕ ਆ, ਇਹ ਫਲ ਫੁੱਲ ਆ, ਇਹ ਆਦਿਕ ਜਿਹੜੇ ਜੰਗਲ ਆ, ਇਹ ਜੰਗਲਾਂ ਤੋਂ ਕੀ ਜਿਹੜੇ ਇਹ ਕੰਦ ਮੂਲ ਫਲਾਂ ਤੋਂ ਕੀ ਜਿਹੜੇ ਜੰਗਲ ਆ ਉਹ ਨਿਰਮੂਲ ਪੈ ਗਈ, ਨਿਰਮੂਲ ਹੋ ਗਏ, ਭਾਵ ਉੱਥੇ ਕੁਝ ਨਹੀਂ ਰਹਿ ਗਿਆ। ਪਹਾੜਾਂ ਵਿੱਚ ਰਹਿਣ ਲਈ ਕੰਦਰਾਂ ਹੈ ਕਿ ਉਹ ਨਹੀਂ ਹੈਗੀਆਂ, ਖਾਣ ਲਈ ਜੰਗਲਾਂ ਵਿੱਚ ਕੰਦ ਮੂਲ ਹੈ ਕਿ ਉਹ ਨਹੀਂ ਰਹੇ ਹੈ, ਇਹ ਸਾਰੇ ਵੀ ਨਿਰਮੂਲ ਹੋ, ਪਰ ਇਹਨਾਂ ਤੋਂ ਰਹਿਤ ਹੋ ਗਏ ਆ ਮੁੱਢ। ਇਹ ਮਤਲਬ ਇਹ ਨਾ ਦੇ ਉੱਥੇ ਕੰਦ ਮੂਲ ਰਹਿ ਗਿਆ ਕਿ ਗੁਫਾ ਨਹੀਂ ਰਹਿ ਗਈਆਂ, ਪਰ ਥਰੀ ਥੋੜ੍ਹਾ ਡਾਟ ਕੇ ਕਹਿ ਰਹੇ। ਵਾਰ ਵਾਰੀ ਨਗ ਕਿਦੋਂ ਦੇਹ ਨਾ ਬਨ ਕੋ, ਫਿਰ ਕਹਿੰਦੇ ਆ ਵੀ ਜਿਹੜੇ ਵਾਰ ਵਾਰੇ ਭਾਵ ਪਾਣੀ ਵਾਲੇ, ਵਾਰ ਦਾ ਪਾਣੀ ਤੇ ਵਾਰੇ ਦਾ ਵਾਲੇ, ਪਾਣੀ ਵਾਲੇ ਜਿਹੜੇ ਨਗ ਪਰਬਤ ਹੈ, ਨਗ ਦਾ ਅਰਥ ਹੁੰਦਾ ਪਰਬਤ, ਨਾਨੇ ਦਾ ਅਰਥ ਹੁੰਦਾ ਨਹੀਂ, ਤੇ ਗਾ ਦਾ ਅਰਥ ਹੁੰਦਾ ਗਮਨ, ਜੋ ਨਹੀਂ ਗਮਨ ਕਰਦਾ ਇੱਕੇ ਥਾਂ ਰੁਕਿਆ ਰਹਿੰਦਾ ਉਹ ਹੈ ਪਹਾੜ। ਕਹਿੰਦੇ ਜੋ ਪਾਣੀ ਵਾਲੇ ਪਹਾੜ ਆ, ਜਦੋਂ ਕਿਧਰੇ ਕਿ ਉਹ ਬਨ ਕੋ ਕਹੀਏ ਪਾਣੀ ਨੂੰ ਦੈ ਹੈ ਨਾ ਦਿੰਦੇ ਨਹੀਂ ਹੈ, ਬਨ ਦਾ ਅਰਥ ਲਾਉਣਾ ਜਾੜੇ 'ਚ, ਠੀਕ ਹੈ ਜੀ। ਪਾਣੀ ਕਿ ਜਿਹੜੇ ਪਾਣੀ ਵਾਲੇ ਨਾਗ ਪਰਬਤ ਆ, ਕਦੋਂ ਜਾਂ ਫਿਰ ਉਹ ਬਨ ਕੋ ਪਾਣੀ ਨੂੰ ਨਹੀਂ ਦਿੰਦੇ ਹੈ, ਦੇ ਹੈ ਭਾਵ ਦਿੰਦੇ ਨਹੀਂ ਹੈ, ਕਿਦੋਂ ਦਾ ਅਰਥ ਕਿੱਧਰ ਵੀ ਲਾ ਲੈਣਾ ਤੇ ਕਿਦੋਂ ਦਾ ਅਰਥ ਜਾਂ ਵੀ ਲਾ ਲੈਣਾ ਵੀ ਜਾਂ ਉਹ ਪਾਣੀ ਨਹੀਂ ਦਿੰਦੇ, ਪਾਣੀ ਵਾਲੇ ਜਿਹੜੇ ਪਰਬਤ ਆ ਵੀ ਉਹ ਪਾਣੀ ਨਹੀਂ ਦਿੰਦੇ, ਬਨ ਕੋ ਦਾ ਅਰਥ ਜਲ ਨੂੰ ਨਹੀਂ ਦਿੰਦੇ। ਮੀਠੇ ਫਲੋ ਵਾਰੀ ਡਾਰੀ ਤਰੋ ਕੀ ਨਾ ਫਲ ਦੇ ਦਾ, ਉਹਨਾਂ ਦੇ ਕਹਿਣ ਦਾ ਮਤਲਬ ਆ ਵੀ ਜਿਨ੍ਹਾਂ ਪਹਾੜਾਂ ਵਿੱਚੋਂ ਪਾਣੀ ਦੇ ਝਰਨੇ ਝਰਦੇ ਸੀ ਕਿ ਉਹ ਸਾਰੇ ਝਰਨੇ ਸੁੱਕ ਗਏ ਆ, ਜਾਂ ਜੋ ਪਹਾੜਾਂ ਤੋਂ ਪਾਣੀ ਲਈ ਜਿਹੜਾ ਪੀਣ ਵਾਲਾ ਪਾਣੀ ਨਹੀਂ ਮਿਲਦਾ ਵੀ ਤਾਂ ਕਰਕੇ ਅਸੀਂ ਇਸ ਤਰ੍ਹਾਂ ਕਰ ਰਹੇ, ਉਹ ਵੀ ਮਿਲਦਾ ਹੀ ਹੈ। ਤੇ ਮੀਠੇ ਫਲੋਂ ਵਾਰੀ ਡਾਰੀ ਤਰੋ ਕੀ ਨਾ ਫਲ ਦੇ ਦਾ, ਫਿਰ ਕਹਿੰਦੇ ਆ ਕੀ ਦਾ ਅਰਥ ਕੀ ਲਾਉਣਾ ਵਿੱਚ ਆਇਆ ਨਾ ਛੰਦ 'ਚ, ਕੀ ਉੱਥੋਂ ਚੁੱਕ ਲੈਣਾ ਅਰਥ ਕੀ ਕਹਿੰਦੇ, ਮਿੱਠੇ ਫਲਾਂ ਵਾਲੀਆਂ ਜਿਹੜੀਆਂ ਦਰਖਤਾਂ ਦੀਆਂ ਡਾਰੀ ਕਹੀਏ ਡਾਲੀਆਂ ਟਾਹਣੀਆਂ, ਉਹ ਹੁਣ ਕੀ ਵੀ ਫਲ ਨਾ ਫਲ ਦੇ ਫਲ ਨਹੀਂ ਦਿੰਦੀਆਂ। ਮੈਂ ਪੁੱਛਦਾ ਭਰਤਰੀ ਕਹਿੰਦੇ ਕਿ ਮਿੱਠੇ ਫਲ ਵਾਲੇ ਜਿਹੜੀਆਂ ਦਰਖਤਾਂ ਦੀ ਡਾਹਣੀਆਂ ਹੀ ਤਰੋਂ ਕੀ ਕਹੀਏ ਬ੍ਰਿਸ਼ਾਂ ਦੀ, ਕਿ ਉਹ ਫਲ ਨਹੀਂ ਦਿੰਦੀਆਂ। ਕਿਦੋਂ ਦਰੋਂ ਦੇਤ ਹੈ ਨਾ ਵੱਲ ਕਲ ਜਨ ਕੋ, ਕਿਦੋਂ ਵੀ ਜਾਂ ਫਿਰ ਜਾਂ ਕਿਧਰੋਂ ਦੱਸ ਕਿਧਰੇ, ਜਾਂ ਵੀ ਕਿਧਰੇ ਜਾਂ ਵੀ ਦਰੋਮ ਜਿਹੜੇ ਬ੍ਰਿਸ਼ ਆ ਉਹ ਦਿੰਦੇ ਨਹੀਂ ਆ, ਬਲਕਲ ਭਾਵ ਭੋਜ ਪੱਤਰ ਜਨ ਕੋ ਕਈ ਪੁਰਸ਼ਾਂ ਨੂੰ, ਜਾਂ ਵੀ ਰੁੱਖ ਰੁਸਬੇ ਪੁਰਸ਼ਾਂ ਨੂੰ ਬਲਕਰ ਭੋਜ ਪੱਤਰ ਨਹੀਂ ਦਿੰਦੇ ਵੀ ਅਸੀਂ ਨਹੀਂ ਤੁਹਾਨੂੰ ਦੇਣਾ ਤੁਸੀਂ ਇਸੇ ਨਾਲ ਰਹੋ, ਇਹ ਵੀ ਕੋਈ ਗੱਲ ਨਹੀਂ। ਦੁੱਖ ਸੋ ਮਨਾਕ ਧਨ ਸਾਧ ਕੇ ਮਦਾਂਦ ਭਏ, ਮਦ ਆਂਦ ਭਏ, ਮਦਾਂਦ ਪਾਠ ਕਰਨਾ ਤਦਾ ਤਦਾ ਮਿਲ ਕੇ, ਤੇ ਕਿਉਂਕਿ ਮਦ ਉਹਦਾ ਅਰਥ ਬਣਨਾ ਮਦ ਆਂਦ ਹੰਕਾਰ ਦੇ ਅੰਨੇ। ਦੁੱਖ ਸੋ ਮਨਾਕ ਦੁੱਖ ਨਾਲ, ਜੋ ਦੁੱਖ ਨਾਲ ਮਨਾਕ ਕਹੀਏ ਥੋੜਾ ਜਿੰਨਾ, ਸ਼ਬਦਾਵਲੀ ਜਿੰਦਾ ਨਾ ਮਨਾਕ ਦਾ ਅਰਥ ਥੋੜਾ ਜਿੰਨਾ, ਜੋ ਦੁੱਖ ਨਾਲ ਥੋੜਾ ਜਿੰਨਾ ਧਨ ਸਾਧ ਕੇ ਕਹੀਏ ਪ੍ਰਾਪਤ ਕਰਕੇ ਇਕੱਠਾ ਕਰਕੇ, ਮਦ ਆਂਦ, ਮਦ ਆਂਦ ਭਾਵ ਮਦ ਆਂਦ, ਮਦ ਕਹੀਏ ਹੰਕਾਰ ਕਿ ਉਹ ਧਨ ਜਾਂ ਪਾ ਲਿਆ ਤੇ ਉਸ ਧਨ ਦੇ ਮਦ ਗਏ ਹੰਕਾਰ ਦੇ ਨਾਲ ਅੰਧੇ ਭਾਵ ਅੰਨੇ ਪਏ ਕਹੀਏ ਹੋ ਗਏ ਹੋਏ ਹੈ, ਹੰਕਾਰ ਦੇ ਨਾਲ ਧਨ ਦੇ ਹੰਕਾਰ ਨਾਲ ਅੰਨੇ ਹੋ ਗਏ ਹਨ। ਮਦ ਬਿਆਰ ਸਾਥ ਜੋ ਭਰਮਾਵੇ ਭੂਲ ਤਨ ਕੋ, ਭੂਲ ਤਨ ਪਾਠ ਇਕੱਠਾ ਕਰਨਾ, ਭੂਲ ਤਨ ਕੋ, ਉਸ ਹੰਕਾਰ ਰੂਪ ਜਿਹੜਾ ਬਿਆਰ ਭਾਵ ਹਵਾ ਦੇ ਨਾਲ, ਮਦ ਬਿਆਰ ਭਾਵ ਹੰਕਾਰ ਰੂਪੀ ਹਵਾ, ਉਸ ਹੰਕਾਰ ਰੂਪੀ ਹਵਾ ਦੇ ਸਾਥ ਨਾਲ ਭੂਲ ਤਨ ਕਹੀਏ ਭਰਵੱਟਿਆਂ ਨੂੰ, ਭੂਲ ਤਨ ਦਾ ਅਰਥ ਭਰਵੱਟਿਆਂ ਨੂੰ, ਭਰਮਾਵੇ ਜੋ ਭਰਮਾਉਂਦੇ ਆ, ਭੂਲ ਤਨ ਕੋ ਭਾਵ ਭਰਵੱਟਿਆਂ ਨੂੰ, ਕੋ ਦਾ ਅਰਥ ਨੂੰ ਲਾਉਣਾ, ਭਰਮਾਵੇ ਭਰਮਾਉਂਦੇ ਹਨ। ਕਹਿਣ ਦਾ ਮਤਲਬ ਵੀ ਜਿਨ੍ਹਾਂ ਨੇ ਪਿਛਲੇ ਜਨਮਾਂ ਵਿੱਚ ਅਨੇਕ ਤਰ੍ਹਾਂ ਦਾ ਦੁੱਖ ਉਠਾ ਕੇ ਹੁਣ ਥੋੜ੍ਹਾ ਜਿਹਾ ਬਹੁਤਾ ਧਨ ਪਾ ਹੀ ਲਿਆ,
ਤੇ ਉਸ ਧਨ ਦੇ ਹੰਕਾਰ ਨਾਲ ਅੰਨੇ ਹੋਏ ਹੋਏ ਆਫਰੇ ਫਿਰਦੇ ਆ ਤੇ ਭਰਵੱਟਿਆਂ ਜਿਹਾਂ ਨੂੰ, ਭਰਵੱਟਿਆਂ ਜਿਹੜੇ ਅੱਖਾਂ ਦੇ ਭਰਵੱਟੇ ਆ ਉਹ ਭਰਮਾਉਂਦੇ ਆ, ਚੜਾਉਂਦੇ ਆ, ਮੱਥੇ ਤੇ ਤਿਉੜੀ ਨੇ ਪਾ ਪਾ ਕੇ। ਖਾਲੋਂ ਕੇ ਕਮੁਖੋਂ ਕੋ ਸਬਾਲ ਸੋ ਪੁਰਸ਼ ਪੇਖੇ। ਕਹਿੰਦੇ ਇਸ ਤਰ੍ਹਾਂ ਖਾਲੋਂ ਕੇ ਮੂਰਖਾਂ ਦੇ ਜਿਹੜੇ ਕਿ ਮੂਰਖ ਲੋਕ ਜੋ ਭੈੜੇ ਮੂੰਹ ਨੂੰ ਕਿਵੇਂ ਵੇਖਣ ਲੱਗ ਪਿਆ ਕਿ ਜੋ ਪੁਰਸ਼ ਬਲ ਦੇ ਸਹਿਤ ਹੈ ਉਹ ਮੂਰਖ ਤੇ ਭੈੜੇ ਮੂੰਹ ਨੂੰ ਕਿਵੇਂ ਵੇਖਣ ਲੱਗ ਪਿਆ। ਮਦ ਬਿਆਰ ਸਾਜ ਜੋ ਭਰਮਾਵੇਂ ਭੂਲਦਾਨ ਕੋ, ਵੀ ਉਹ ਹੰਕਾਰ ਦੇ ਨਾਲ ਇੰਨੇ ਹੋਏ ਹੋਏ ਤੇ ਧਰਮ ਕਰਮ ਤੋਂ ਬੇਮੁਖ ਹੋ ਰਹੇ ਆ ਤੇ ਅੱਖਾਂ ਅਜਿਹੀਆਂ ਚੜੀਆਂ ਹੋਈਆਂ ਜੋ ਉਹਨਾਂ ਨੂੰ ਕੋਈ ਸੋਚਦਾ ਬੋਝਦਾ ਨਹੀਂ ਹੈ ਤੇ ਮੱਥੇ ਉੱਤੇ ਹਮੇਸ਼ਾ ਤਿਉੜੀ ਚੜੀ ਰਹਿੰਦੀ ਇਹਨਾਂ ਦੇ। ਖਾਲੋਂ ਕੇ ਕਮੁਖੋਂ ਕੋ ਸਬਾਲ ਸੋ ਪੁਰਸ਼ ਪੇਖੇ। ਕਹਿੰਦੇ ਅਚਰਜ ਹੈ ਗੱਲ ਦੀ ਕਿ ਜੋ ਸਵਾਲ ਬਾਲ ਦੇ ਸਹਿਤ ਜੋ ਪੁਰਸ਼ ਹੈ ਤੇ ਉਹ ਬਾਲ ਦੇ ਸਹਿਤ ਜੋ ਪੁਰਸ਼ ਹੈ ਉਹ ਪੁਰਸ਼ ਵੇਖਦੇ ਆ ਕਿਹਨੂੰ? ਖਲੋਂ ਕੇ ਕਮੁਖੋਂ ਕੋ। ਖਲੋਂ ਕੋ ਮੂਰਖਾਂ ਦੇ, ਕਮੁਖੋਂ ਕੋ ਖੋਟੇ ਮੁੱਖਾਂ ਨੂੰ, ਭੈੜੇ ਮੂੰਹਾਂ ਨੂੰ ਵੇਖਦੇ ਆ, ਵੇਖੇ ਗਏ ਵੇਖਦੇ ਆ, ਵੇਖਣ ਲੱਗ ਪਿਆ ਹੈ। ਆਹੇ ਆਹੋ ਕੈਸੇ ਤਜੇ ਐਸੇ ਬਨ ਚਿੰਤਾ ਮਨ ਕੋ। ਆਹੋ ਭਾਵ ਆਚਰਜ ਆ ਵੀ ਇਸ ਤਰ੍ਹਾਂ ਦਾ ਜੋ ਮੈਂ ਹੁਣੇ ਦੱਸਿਆ ਭਰਤਰੀ ਜੀ ਕਹਿੰਦੇ ਤੁਹਾਨੂੰ, ਇਹ ਹੈ ਚਿੰਤਾ ਮਨ ਰੂਪ ਬਣ ਜੰਗਲ। ਜਿਵੇਂ ਮਣੀ ਨਾ ਚਿੰਤਾ ਮਣੀ, ਹਰੇਕ ਚਿੰਤਾ ਨੂੰ ਪੂਰਾ ਕਰਨ ਵਾਲੀ ਮਣੀ, ਇਸ ਤਰ੍ਹਾਂ ਇਹ ਜੰਗਲ ਚਿੰਤਾ ਮਣੀ ਰੂਪ ਆ। ਹਰੇਕ ਚਿੰਤਾ ਨੂੰ ਦੂਰ ਕਰਨ ਵਾਲਾ, ਫਾਲ ਤੇ ਭੋਜ ਬੱਤਰਾ ਆਦਿਕ ਸੀ ਟੱਕਣ ਦੇਣ ਵਾਲਾ, ਆਸਰਾ ਦੇਣ ਵਾਲਾ, ਪਹਾੜ ਆਦਿਕ ਜੰਗਲ ਜਿਹੜੇ ਸਹਾਰਾ ਦੇਣ ਵਾਲੇ, ਨਦੀਆਂ ਜਲ ਦੇਣ ਵਾਲੀਆਂ, ਐਸੇ ਚਿੰਤਾ ਮਣੀ ਰੂਪ ਬਨ ਕੋ ਜੰਗਲ ਨੂੰ ਕੈਸੇ ਕਿਸ ਤਰ੍ਹਾਂ ਤਜੇ ਕਹੀਏ ਛੱਡ ਗਏ ਆ। ਤੇ ਜੋ ਪੁਰਸ਼ ਬਲ ਦੇ ਸਹਿ ਸੀ ਉਹ ਮੂਰਖਾਂ ਦੇ ਭੈੜੇ ਮੂੰਹ ਨੂੰ ਕਿਵੇਂ ਵੇਖਣ ਲੱਗ ਪਏ ਆ। ਤੇ ਇਸ ਤਰ੍ਹਾਂ ਦਾ ਜੋ ਮੈਂ ਦੱਸਿਆ ਚਿੰਤਾ ਮਣੀ ਰੂਪ ਬਨ ਨੂੰ ਕਿਵੇਂ ਉਸਨੇ ਉਹਨਾਂ ਲੋਕਾਂ ਨੇ ਤਿਆਗ ਦਿੱਤਾ। ਵੀ ਵੇਖੋ ਵਿਚਲਾ ਰੂਪ ਬਲ ਵਾਲਾ ਜੋ ਪੁਰਸ਼ ਜੋ ਅੰਦਰ ਬਲ ਹੈ ਨਾ, ਇੱਕ ਨਾ ਬਾਰੀ ਬਲ, ਇੱਕ ਗਿਆਨ ਦਾ ਬਲ, ਇਸ ਗਿਆਨ ਰੂਪੀ ਬਲ ਵਾਲਾ ਪੁਰਸ਼ ਹਰ ਤਰ੍ਹਾਂ ਦੀ ਇੱਛਾ ਪੂਰੀ ਕਰਨ ਵਾਲੇ ਬਨ ਦਾ ਤਿਆਗ ਕਰਕੇ, ਚਿੰਤਾ ਮਣੀ ਰੂਪ ਬਨ ਦਾ ਤਿਆਗ ਕਰਕੇ, ਜੋ ਧਨਵਾਨ ਰਾਜੇ ਲੋਕ ਆ ਉਹਨਾਂ ਦੇ ਭੈੜੇ ਮੂੰਹ, ਜਿਨ੍ਹਾਂ ਦੀਆਂ ਅੱਖਾਂ ਦੇ ਭਰਵੱਟੇ ਵੀ ਐ ਤਾਂ ਜੜੇ ਹੋਏ, ਜਿਹਨੂੰ ਸੋਚਦਾ ਬੋਝਦਾ ਕੋਈ ਨਹੀਂ, ਉਹ ਕਿਵੇਂ ਵੇਖਣ ਲੱਗ ਪਏ ਆ ਇਹ ਜਿਹੇ ਗੁਣੀ ਗਿਆਨ ਲੋਕ। ਇਹੋ ਹੀ ਆਹੋ ਕਹੀਏ ਆਚਰਜ ਵਾਲੀ ਗੱਲ ਹੈ, ਬੜੀ ਵੱਡੀ ਭਾਰੀ ਹੈਰਾਨੀ ਦੀ ਗੱਲ ਹੈ ਵੀ ਉਹ ਕਿਵੇਂ ਉੱਥੇ ਜਾ ਗਏ ਜਿਹੜੇ ਲੇਲੜੀਆਂ ਕੱਢਦੇ ਆ ਤੇ ਉਹ ਹੰਕਾਰੀ ਰਾਜਿਆਂ ਕੋਲ ਜਾ ਜਾ ਕੇ ਆਪਣਾ ਅਪਮਾਨ ਜਿਹੜਾ ਕਰਾਉਂਦੇ ਆ ਤੇ ਉੱਥੇ ਜਾ ਕੇ ਦੀਨ ਹੁੰਦੇ ਆ। ਤੇ ਜਿਹੜੇ ਵਿਚਾਰਵਾਨ ਪੁਰਸ਼ ਆ ਉਹਦੇ ਜੰਗਲਾਂ ਵਿੱਚ ਹੀ ਗੁਜ਼ਾਰਾ ਕਰ ਲੈਂਦੇ ਆ, ਪਰ ਕਿਸੇ ਦੇ ਦੀਨ ਅਧੀਨ ਨਹੀਂ ਹੁੰਦੇ। ਠੀਕ ਆ, ਪਰ ਮੂਰਖ ਪੁਰਸ਼ ਜਾ ਕਰਕੇ ਦੀਨ ਹੁੰਦੇ ਆ, ਜਿਨ੍ਹਾਂ ਨੂੰ ਮਾਇਆ ਦੀ ਲੱਤ ਲੱਗ ਜਾਂਦੀ ਹੈ, ਪਦਾਰਥਾਂ ਦੀ ਭੁੱਖ ਲੱਗ ਜਾਂਦੀ ਹੈ, ਮੁਕਤੀ ਦਾ ਤਿਆਗ ਜਿੰਨਾ ਕੁ ਹੋ ਜਾਂਦਾ ਹੈ। ਉਹਨਾਂ ਬਾਰੇ ਭਰਤਰੀ ਜੀ ਇਸ ਤਰ੍ਹਾਂ ਕਹਿ ਰਹੇ ਆ ਕਿ ਵਿਚਾਰਵਾਨ ਪੁਰਸ਼ ਨਹੀਂ ਆ ਉਹ ਜਿਹੜੇ ਇਸ ਤਰ੍ਹਾਂ ਇਹੋ ਜਿਹੇ ਹੰਕਾਰੀਆਂ ਦੇ ਕੋਲ ਜਾ ਕੇ ਪਦਾਰਥਾਂ ਦੀ ਮੰਗ ਕਰਦੇ ਆ, ਕਿਉਂਕਿ ਜੰਗਲ ਵਿੱਚ ਕੀ ਕੁਝ ਹੈ ਨਹੀਂ, ਸਭ ਕੁਝ ਹੈ ਹੀ। ਮਤਲਬ ਬਹੁਤ ਵੱਡੇ ਵੈਰਾਗੀ ਤੇ ਤਿਆਗ ਦੀ ਗੱਲ ਕਰਦੇ ਆ। ਐਡੀ ਵਸ ਦੀ ਗੱਲ ਕਿਤੇ ਸਾਡੇ ਲੋਕਾਂ ਨੇ ਕਿੱਥੇ ਹੈ। ਦੋਹਰਾ ਬਲਿਓ ਜਲਦ ਜਲ ਰੇਖ ਕਰ। ਹੁਣ ਇਹ ਕਹਿੰਦੇ ਆ ਸਮੁੰਦਰ ਦੇ ਜਲਦ ਨਾ ਸਮੁੰਦਰ ਦੇ ਜਲ ਦੀ ਰੇਖ ਕਰਕੇ, ਰੇਖਾ ਕਰਕੇ ਇਹ ਜੋ ਧਰਤੀ ਹੈ, ਯਹ ਖੇਤ ਮ੍ਰਿਤ ਕਾ ਪਿੰਡ, ਯਹ ਕਹੀਏ ਇਹ ਜੋ ਖੇਤ ਕਹੀਏ ਧਰਤੀ ਹੈ, ਇਹ ਧਰਤੀ ਰੂਪ ਮ੍ਰਿਤ ਕਾ ਕਹੀਏ, ਮਿੱਟੀ ਦਾ ਪਿੰਡ ਕਹੀਏ, ਗੁਲੇਲਾ ਬਲਿਆ ਹੈ। ਬਲਿਓ ਜਲਦ ਜਲ ਰੇਖ ਕਰ, ਬਲਿਆ ਹੋਇਆ ਜਲਦ ਕੇ ਸਮੁੰਦਰ ਦੀ ਜਲ ਦੀ ਰੇਖਾ ਕਰਕੇ ਕਿ ਯਹ ਖੇਤ, ਇਹ ਜੋ ਖੇਤ ਕੀ ਧਰਤੀ ਦਾ
ਧਰਤੀ ਰੂਪ ਮ੍ਰਿਤਕਾ ਭਾਵ ਮ੍ਰਿਤਕਾ ਕਹੀਏ ਮਿੱਟੀ ਦਾ ਪਿੰਡ ਜੋ ਗਲੇਲਾ, ਇਹ ਜਲ ਦੀ ਰੇਖਾ ਕਰਕੇ ਵਲਿਆ ਹੋਇਆ, ਸਮੁੰਦਰ ਰੂਪੀ ਜਲ ਦੀ ਰੇਖਾ ਕਰਕੇ। ਸਮੁੰਦਰੀ ਆਲੇ ਦੁਆਲੇ 29% ਧਰਤੀ ਹੈ, 71% ਜਲ ਹੈ। ਭੋਗਤ ਤਾਂ ਕੋ ਭੂਪ ਗਣ, ਤੇ ਇਸ ਦੇ ਤਾਈਂ ਨੇਕਾਂ ਰਾਜਿਆਂ ਨੂੰ ਭੋਗਿਆ। ਤੇ ਭੋਗਤ ਤਾਂ ਕੋ ਭੂਪ ਗਣ, ਭੂਪ ਗਣ ਭਾਵ ਅਨੇਕਾਂ, ਗਣ ਦਾ ਅਰਥ ਹੁੰਦਾ ਸਮੂਹ, ਭੂਪ ਕਹੀਏ ਰਾਜੇ, ਸਮੂਹ ਰਾਜੇ ਜਾਂ ਅਨੇਕਾਂ ਰਾਜੇ ਭੋਗਦੇ ਤਾਂ ਕੋ ਕਹੀਏ ਇਸ ਕੋ ਐਸੀ ਧਰਤੀ ਨੂੰ ਜਿਹੜੀ ਜਲ ਦੀ ਰੇਖਾ ਵਲੇਟੀ ਹੋਈ ਵਾਲੀ ਹੋਈ, ਉਸ ਧਰਤੀ ਨੂੰ ਬਹੁਤ ਰਾਜੇ ਭੋਗਦੇ ਆ। ਕਿੱਦਾਂ? ਕਾਰ ਬਹੁਤ ਸਮਰ ਪ੍ਰਚੰਡ, ਬਹੁਤ ਜਿਹੜਾ ਸਮਰ ਕਹੀਏ ਯੋਧਿਆਂ, ਪ੍ਰਚੰਡ ਕਹੀਏ ਤਿੱਖਾ ਯੁੱਧ ਕਰਕੇ ਬਹੁਤ ਪ੍ਰਕਾਰ ਦੇ ਯੁੱਧ ਤਿੱਖੇ ਕਰਕੇ ਤੇ ਇਹਦਾ ਰਾਜ ਭੋਗਦੇ ਆ, ਜਿਹੜੀ ਇੱਕ ਸਮੁੰਦਰ ਦੀ ਵਲੀ ਹੋਈ ਹੈ। ਖੰਡ ਕਰ ਅਰਨ ਕੇ ਪਿੰਡ, ਖੰਡ ਕਰ ਅਰਨ ਕੇ ਪਿੰਡ, ਵਿਸ਼ਰਾਮ ਇਹਦਾ ਕਿੱਥੇ? ਖੰਡ ਕਰ ਅਰਨ ਕੇ, ਇੱਥੇ ਲਾਉਣਾ ਵਿਸ਼ਰਾਮ। ਖੰਡ ਕਹੀਏ ਟੋਟੇ ਜਾਂ ਟੁਕੜੇ ਕਰਕੇ, ਅਰਨ ਕੇ ਕਹੀਏ ਵੈਰੀਆਂ ਦੇ, ਪਿੰਡ ਸਰਨ ਕੇ ਸੰਗ, ਪਿੰਡ ਕਹੀਏ ਸਰੀਰਾਂ ਦੇ, ਵੈਰੀਆਂ ਦੇ ਸਰੀਰਾਂ ਦੇ ਟੋਟੇ ਕਰਕੇ, ਕਾਹਦੇ ਨਾਲ? ਸਰਨ ਕੇ ਸੰਗ, ਸਰਨ ਦਾ ਨਾਮ ਤੀਰਾਂ ਦੇ ਨਾਲ, ਭਾਵ ਤੀਰਾਂ ਨਾਲ ਵੈਰੀਆਂ ਦੇ ਸਰੀਰਾਂ ਦੇ, ਪਿੰਡਾਂ ਦੇ ਸਰੀਰਾਂ ਦੇ ਖੰਡ ਟੁਕੜੇ ਕਰਕੇ, ਵੰਡ ਕਰ ਧਰਨ ਸਭ। ਫਿਰ ਜਿਹੜੀ ਸਾਰੀ ਧਰਤੀ ਆ ਉਹਦੀ ਵੰਡ ਕਰਕੇ, ਆਪੋ ਵਿੱਚ ਵੰਡ ਕਰਕੇ, ਭੋਗਤ ਭੂਪ ਉਮੰਗ ਕਈ ਬੜੇ ਉਤਸ਼ਾਹ ਨਾਲ, ਭੂਪ ਕਈ ਰਾਜੇ ਜਿਹੜੇ ਭੋਗਦੇ ਆ, ਬੜੇ ਉਤਸ਼ਾਹ ਨਾਲ ਰਾਜੇ ਭੋਗਦੇ ਆ। ਪਹਿਲਾਂ ਤਾਂ ਲੜਦੇ ਮਰਦੇ ਆ, ਫਿਰ ਉਹਦਾ ਰਾਜ ਭਾਗ ਵੰਡ ਕੇ ਕਰਦੇ, ਹਿੱਸੇ ਵੰਡ ਲੈਂਦੇ ਆ। ਜਿਹੜੇ ਭਾਵ ਜਿੱਤੇ ਹੁੰਦੇ ਰਲ ਮਿਲ ਕੇ, ਜਿਹੜੇ ਦੋ ਜਣੇ ਇੱਕ ਪਾਸੇ ਹੁੰਦੇ, ਇੱਕ ਜਣੇ ਨੂੰ ਹਰਾ ਕੇ ਤੇ ਦੂਜੇ ਜਣੇ ਹਿੱਸੇ ਕਰਦੇ। ਦੋਹਰਾ ਦਰਬ ਕਰ ਅੰਧ ਮਨ, ਦਰਬ ਨਾਮ ਧਨ ਦਾ, ਧਨ ਦੇ ਹੰਕਾਰ ਕਰਕੇ ਜਿਨ੍ਹਾਂ ਦੇ ਮਨ ਅੰਧ ਕਈ ਅੰਨੇ ਹਨ। ਕ੍ਰਿਪਣ ਦਰਿਦਰੀ ਸ਼ੁਦਰ, ਫਿਰ ਕ੍ਰਿਪਣ ਉਹ ਬੜੇ ਇਹੋ ਜਿਹੇ ਲੋਕ ਰਾਜੇ, ਇਹੋ ਜਿਹੇ ਲੜਤ ਭਿੜਨ ਵਾਲੇ, ਕ੍ਰਿਪਣ ਕੰਜੂਸ, ਸੂਮਾਂ ਦੇ ਨਾਨੇ, ਦਰਿਦਰ ਹੈ ਆਲਸੀ, ਤੇ ਇੱਦਾਂ ਹੀ ਸਮਝ ਲਓ ਦਰਿਦਰੀ ਗਰੀਬਾਂ ਵਰਗੇ ਜਿਹੜੇ ਚੀਜ਼ਾਂ ਖੋ ਫੜ ਲਏ। ਫਿਰ ਸ਼ੁਦਰ ਤੁਸ਼ਮਾਦਰ, ਉਹ ਸੂਮ ਦਰਿਦਰੀ ਤੁਸ਼ਮਾਦਰ ਆ, ਸ਼ੁਦਰ ਦਾ ਨਾਮ ਅਰਥ ਆ ਤੁਸ਼ਮਾਦਰ ਤੇ ਦਰਿਦਰੀ ਹਨ। ਕੁਟਲ ਕੁਮਾਗਗਾਮੀ ਇੱਥੇ ਵਿਸ਼ਰਾਮ। ਵੀ ਧਨ ਦੇ ਹੰਕਾਰ ਕਰਕੇ ਆਂਦੇ ਆ, ਮਨ ਜਿਨ੍ਹਾਂ ਦੇ ਸੂਮ ਆ, ਫਿਰ ਜਿਹੜੀ ਪੈਸੇ ਰੂਪੀ ਜਿਹੜੀ ਦਲਿਦਰੀ ਦੇ ਸਹਿਤ ਆ, ਤੇ ਤੁਸ਼ ਮਾਤਰ ਹੈ ਚਿੱਤ ਜਿਨ੍ਹਾਂ ਦੇ, ਹਾਂਜੀ ਸ਼ੁਦਰ ਭਾਵ ਜਿਨ੍ਹਾਂ ਚਿੱਤ ਤੁਸ਼ ਮਾਤਰ ਆ, ਇਹੋ ਜਿਹੇ ਭੈੜੇ ਲੋਕ, ਉਹਨਾਂ ਕੁਟਲ ਕੁਮਾਗਗਾਮੀ, ਉਹਨਾਂ ਕਹਿੰਦੇ ਮਨ ਦੇ ਬੜੇ ਕੁਟਲ ਆ, ਕਠੋਰ ਆ, ਭੈੜੇ ਆ, ਟੇਢੇ ਆ, ਕੁਟਲ ਨਾਮ ਦਾ ਟੇਢੇ ਦਾ, ਤੇ ਕੁਮਗ ਖੋਟੇ ਮਾਰਗ ਦੇ ਰਸਤੇ ਚੱਲਣ ਵਾਲੇ, ਗਾਮੀ ਕਹੀਏ ਗਮਨ ਕਰਨ ਵਾਲੇ, ਕੁਮਗ ਖੋਟੇ ਮਾਰਗ ਦੇ ਗਮਨ ਕਰਨ ਵਾਲੇ, ਭਾਵ ਖੋਟਾ ਮਾਰਗ ਜਿਹੜਾ ਵੇਦ ਵਿਰੋਧ ਆ ਨਾ, ਗਿਆਨ ਦੇ ਵਿਰੋਧ ਆ, ਮੁਕਤੀ ਦੇ ਵਿਰੋਧ, ਉਹ ਕੁਮਾਗੀ ਖੋਟੇ ਮਾਰਗ ਦੇ ਗਾਮੀ ਵਿੱਚ ਚੱਲਣ ਵਾਲੇ, ਜਾਣ ਵਾਲੇ, ਭਾਵ ਵੇਦ ਵਿਰੁੱਧ ਰਸਤੇ 'ਤੇ ਚੱਲਣ ਵਾਲੇ, ਜਾਣ ਵਾਲੇ। ਆਦਮ ਕਾਮੀ, ਫਿਰ ਆਦਮ ਕੇ ਨੀਚ, ਹਾਂਜੀ ਆਦਮ ਕਾਮੀ, ਦੁੱਖ ਸਮੁੰਦਰ, ਆਦਮ ਇੱਕ ਨੀਚ ਹੈ, ਫਿਰ ਕਾਮੀ ਹੈ, ਤੇ ਭਲਾ ਬੰਦੇ ਕਾਹਦੇ ਮਾਨੋ ਦੁੱਖ ਸਮੁੰਦਰ, ਦੁੱਖਾਂ ਦੇ ਸਮੁੰਦਰ ਹੀ। ਠੀਕ ਹੈ ਜੀ। ਹੁਣ ਜੇ ਕੋਈ ਪੁੱਛੇ ਵੀ ਤੁਸੀਂ ਜਿਹਦੇ ਕੋਲ ਪੈਸਾ ਵਾ, ਵਿਭੂਤੀ ਆ, ਪਦਾਰਥ ਆ, ਉਹਨੂੰ ਤੁਸੀਂ ਦਲਿਦਰੀ ਕਿੱਦਾਂ ਕਹਿੰਦੇ, ਤਾਂ ਇਹਦਾ ਉੱਤਰ ਇਹ ਦਿੰਦੇ ਆ ਵੀ ਜਿਸ ਧਨ
ਦੌਲਤ ਸੰਪਦਾ ਕਰਕੇ ਹਰੀ ਸਿਮਰਨ ਸੰਤ ਸੇਵਾ ਨਿਮਰਤਾ ਸ਼ੁਭ ਗੁਣ ਨਾਨਾ ਹੋਣ, ਉਹ ਵਿਭੂਤੀ ਦਲਿਦਰ ਰੂਪੀਆਂ। ਜਿਸ ਤਰ੍ਹਾਂ ਦਲਿਦਰੀ ਪੁਰਸ਼ ਤੋਂ ਕੁਝ ਹੁੰਦਾ ਨਹੀਂ ਹੈ, ਉਸੇ ਤਰ੍ਹਾਂ ਜਾਣ ਲਓ ਜਿਹਦੇ ਕੋਲ ਵਿਭੂਤੀ ਪਦਾਰਥ ਜੰਗ ਲੜ ਉੜ ਕੇ ਆ ਗਏ, ਉੱਥੇ ਨਿਮਰਤਾ ਸੰਤ ਸੇਵਾ ਹਰੀ ਸਿਮਰਨ ਕਿੱਥੇ ਰਹਿੰਦਾ। ਇਸ ਕਰਕੇ ਕਹਿੰਦੇ ਅਸੀਂ ਵਿਭੂਤੀ ਵਾਲੇ ਨੂੰ ਦਲਿਦਰੀ ਗਿਆ। ਸੋ ਇਸ ਤਰ੍ਹਾਂ ਵਿਚਾਰ ਕਰ ਰਹੇ ਆ। ਅੱਜ ਮੇਰਾ ਖਿਆਲ ਵੀ ਇੱਥੇ ਆਪਾਂ ਸਮਾਪਤੀ ਕਰ ਦਈਏ, ਕਿਉਂਕਿ ਥੋੜ੍ਹਾ ਹੀ ਪਿਛਲੇ ਕੱਲ੍ਹ ਅਧਿਆਇ ਆਪਾਂ ਸਮਾਪਤ ਕਰ ਦੇਣਾ। ਅੱਜ ਇੱਥੇ ਸਮਾਪਤੀ ਕਰ ਦਈਏ। ਰਾਜਿਆਂ ਦੀ ਹਾਲਤ ਅਤੇ ਉਹਨਾਂ ਪਾਸ ਜਾਣ ਵਾਲੇ ਝੂਠੇ ਸ਼ਾਸਤਰ ਗਿਆਨੀਆਂ ਦੀ ਹਾਲਤ ਭਰਤਰੀ ਮਹਾਰਾਜ ਦੱਸ ਰਹੇ ਆ, ਅਤੇ ਦੂਜਿਆਂ ਨੂੰ ਸਿਆਣੇ ਸੂਝਵਾਨਾਂ ਨੂੰ ਇਹ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਤਿਆਗੀ ਬਣ ਕੇ ਅਤੇ ਤਪੱਸਵੀ ਬਣ ਕੇ ਗੁਜ਼ਰ ਗੁਜ਼ਾਰਾ ਕਰ ਲੈਣਾ ਚਾਹੀਦਾ, ਕਿ ਇਹਦੇ ਅਧੀਨ ਨਹੀਂ ਰਹਿਣਾ ਚਾਹੀਦਾ। ਦਰਬ ਗਰਬ ਕਰ ਅੰਧ ਮਨ, ਕ੍ਰਿਪਣ ਦਰਿਦਰੀ ਸ਼ੁਦਰ, ਕੁਟਲਕ ਮਗਗਾਮੀ ਅਦਕ ਕਾਮੀ, ਦੁੱਖ ਸਮੁੰਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।